ਆਪ ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੁੱਧ ਧਰਮ ਦੇ ਬਾਰੇ, ਜੋ ਕਿ ਮਾਸਟਰ ਕੇਡਰ ਸੀ-ਟੈਟ ਪੀ-ਐਸ-ਟੈਟ ਦੇ ਵਿਦਿਆਰਥੀਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਲੈਕਚਰ ਰਹੇਗਾ। ਸੋ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਜੋ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਬੁੱਧ ਧਰਮ ਦੇ ਬਾਰੇ, ਜੋ 6ਵੀਂ ਸਦੀ ਈਸਾ ਪੂਰਵ ਦੇ ਵਿੱਚ ਬਹੁਤ ਜ਼ਿਆਦਾ ਪ੍ਰਫੁੱਲਤ ਹੋਇਆ। ਇਸ ਦੇ ਸੰਸਥਾਪਕ ਮਹਾਤਮਾ ਬੁੱਧ, ਜਿਨ੍ਹਾਂ ਨੂੰ ਕਈ ਨਾਮਾਂ ਦੇ ਨਾਲ ਕਿਹਾ ਜਾਂਦਾ। ਬਚਪਨ ਦਾ ਜਿਨ੍ਹਾਂ ਦਾ ਨਾਮ ਸੀ ਸਿਧਾਰਥ, ਜਿਵੇਂ ਕਿ ਇਹਨਾਂ ਨੂੰ ਹੋਰ ਨਾਮ ਨਾਲ ਪੁਕਾਰਿਆ ਜਾਂਦਾ, ਉਹ ਹਨ ਜੀ ਗੌਤਮ, ਸ਼ੱਕਿਆ ਮੁਨੀ ਜਾਂ ਸ਼ੱਕ ਮੁਨੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਇਹਨਾਂ ਦਾ ਜੋ ਜਨਮ ਹੈ ਉਹ ਹੈ ਜੀ 563 BC, ਵਿਸਾਖ ਦੀ ਪੂਰਨਮਾਸੀ ਨੂੰ, ਤੇ ਵਿਸਾਖੀ ਲਿਖਿਆ ਹੋਇਆ, ਵਿਸਾਖ ਕਰ ਲਿਓ, ਵਿਸਾਖ ਪੂਰਨਮਾਸੀ ਨੂੰ ਹੋਇਆ। ਸਥਾਨ ਲੁੰਬਿਨੀ ਨੇੜੇ ਕਪਿਲਵਸਤੂ, ਜੋ ਕਿ ਨੇਪਾਲ ਵਿੱਚ ਹੈ, ਉੱਥੇ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਜਿਹੜੇ ਮਾਤਾ ਜੀ ਸੀ ਉਹ 7 ਦਿਨ ਬਾਅਦ ਹੀ ਸਵਰਗ ਸਿਧਾਰ ਗਏ। ਇਹਨਾਂ ਦੀ ਜੋ ਮਾਤਾ ਸੀ ਉਹਨਾਂ ਦਾ ਨਾਮ ਸੀ ਜੀ ਮਹਾਮਾਇਆ। ਇਹਦੇ ਪਿੱਛੇ ਇੱਕ ਕਹਾਣੀ ਹੈ ਕਿ ਇਹ ਆਪਣੇ ਨਾਨਕੇ ਪਿੰਡ ਇਹਨਾਂ ਦੇ ਮਾਤਾ ਜੀ ਜਾ ਰਹੇ ਸੀ ਜਦੋਂ ਕਿ ਗਰਭਵਤੀ ਸੀ, ਤਾਂ ਇਹਨਾਂ ਦਾ ਜਿਹੜਾ ਬਰਥ ਆ ਉਹ ਰਸਤੇ ਦੇ ਵਿੱਚ ਹੀ ਹੋ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਮਾਤਾ ਜੀ ਸੀ ਕਾਫੀ ਬਿਮਾਰ ਹੋ ਗਏ, ਅਤੇ 7 ਦਿਨਾਂ ਬਾਅਦ ਹੀ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ। ਅਤੇ ਇਹਨਾਂ ਦੇ ਜੋ ਮਾਸੀ ਸੀ ਜਿਨ੍ਹਾਂ ਦਾ ਨਾਮ ਪ੍ਰਜਾਪਤੀ ਗੌਤਮੀ ਸੀ, ਇਹਨਾਂ ਦੇ ਮਤਰੇਈ ਮਾਂ ਅਖਵਾਏ, ਕਿਉਂਕਿ ਉਹਨਾਂ ਨੇ ਹੀ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਇਹਨਾਂ ਦੇ ਮਾਸੀ ਜੀ ਸੀ ਜੋ ਪ੍ਰਜਾਪਤੀ ਗੌਤਮੀ ਜੀ। ਅਤੇ ਇਹਨਾਂ ਦੇ ਪਿਤਾ ਜੀ ਸੀ ਜੋ ਉਹਨਾਂ ਦਾ ਨਾਮ ਸੀ ਜੀ ਸੰਸ਼ੋਧਨ, ਜਿਨ੍ਹਾਂ ਨੂੰ ਸ਼ੰਕਰ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਉਹ ਇੱਕ ਹਿਮਾਲਿਆ ਦੇ ਨੇੜੇ ਤਰਾਈ ਦੇਸ਼ ਦੇ ਛੋਟੇ ਜਿਹੇ ਰਾਜ ਦੇ ਸ਼ਾਸਕ ਸੀ, ਅਤੇ ਜਿਸ ਦਾ ਸੰਬੰਧ ਸੀ ਕੋਲੀਅਨ ਵੰਸ਼ ਦੇ ਨਾਲ। ਜਦੋਂ ਇਹਨਾਂ ਦਾ ਜਨਮ ਹੋਇਆ ਤਾਂ ਇੱਕ ਰਿਸ਼ੀ ਸੀ, ਉਹਨਾਂ ਦਾ ਨਾਮ ਸੀ ਰਿਸ਼ੀ ਆਤਸ਼। ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਵੱਡੇ ਹੋ ਕੇ ਇੱਕ ਜਿਹੜਾ ਤੁਹਾਡਾ ਪੁੱਤਰ ਆ ਉਹ ਇੱਕ ਮਹਾਂਪੁਰਖ ਬਣੇਗਾ। ਤਾਂ ਓਬਵੀਅਸ ਆ, ਜਿਹੜੇ ਉਹਨਾਂ ਦੇ ਪਿਤਾ ਸੀ ਇੱਕ ਰਾਜਾ ਸੀ, ਤਾਂ ਉਹਨਾਂ ਨੂੰ ਇਹ ਸੀ ਕਿ ਉਹਨਾਂ ਦਾ ਰਾਜ ਪਾਟ ਆ ਜਿਹੜਾ ਉਹ ਸੰਭਾਲਣ। ਤਾਂ ਉਹਨਾਂ ਨੇ ਇਹਨਾਂ ਦਾ ਵਿਆਹ ਸੰਸਾਰਿਕ ਕੰਮਾਂ ਦੇ ਵਿੱਚ ਲਗਾਉਣ ਦੇ ਲਈ ਵਿਆਹ ਕਰ ਦਿੱਤਾ ਇਹਨਾਂ ਦਾ 16 ਸਾਲ ਦੀ ਉਮਰ ਦੇ ਵਿੱਚ। ਇਹਨਾਂ ਦੀ ਜੋ ਪਤਨੀ ਸੀ ਉਹਨਾਂ ਦਾ ਨਾਮ ਸੀ ਯਸ਼ੋਧਰਾ, ਜੋ ਕਿ ਸ਼ਾਕਿਆ ਕਬੀਲੇ ਦੇ ਨਾਲ ਸੰਬੰਧ ਰੱਖਦੀ ਸੀ। ਤਾਂ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸੀ ਰਾਹੁਲ। ਰਾਹੁਲ ਦਾ ਮਤਲਬ ਹੈ ਜੀ ਵੰਦਨਾ, ਕਿ ਉਹਨਾਂ ਦਾ ਇੱਕ ਵੰਦਨ ਆ। ਤਾਂ ਇਹ ਤੋਂ ਬਾਅਦ ਇੱਕ ਦਿਨ ਅਚਾਨਕ, ਕਿਉਂਕਿ ਰਾਜ ਮਹਿਲ ਵਿੱਚ ਰਹਿੰਦੇ ਸੀ, ਤਾਂ ਜਦੋਂ ਇਹ ਸੈਰ ਕਰਨ ਗਏ ਇੱਕ ਦਿਨ, ਤਾਂ ਇਹਨਾਂ ਨੇ 4 ਦ੍ਰਿਸ਼ ਦੇਖੇ। ਰਾਜ ਪਾਟ ਦੇ ਵਿੱਚ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਸੀ, ਜਿਸ ਤੋਂ ਇਹ ਪ੍ਰਭਾਵਿਤ ਹੋ ਕੇ ਇਹਨਾਂ ਨੇ 29 ਸਾਲ ਦੀ ਉਮਰ ਦੇ ਵਿੱਚ ਆਪਣਾ ਜਿਹੜਾ ਘਰ ਛੱਡ ਦਿੱਤਾ ਸੀ। ਅਤੇ ਇਹਨਾਂ ਨੇ ਜਿਹੜੀ ਸਿੱਖਿਆ ਸੀਗੀ ਉਹ ਉਦਰਕ ਔਲਾਦ ਤੋਂ ਲਈ ਸੀ। ਹੁਣ ਆਪਾਂ ਗੱਲ ਕਰਾਂਗੇ ਉਹ 4 ਦ੍ਰਿਸ਼ ਕਿਹੜੇ ਸੀ। ਉਹ 4 ਦ੍ਰਿਸ਼ ਸੀ ਜੀ, ਇੱਕ ਬੁੱਢਾ ਆਦਮੀ, ਇੱਕ ਰੋਗੀ, ਮੁਰਦਾ ਅਤੇ ਇੱਕ ਸਾਧੂ। ਜਿਹੜਾ ਇੱਕ ਬੁੱਢਾ ਆਦਮੀ ਸੀ ਉਹ ਦੁੱਖਾਂ ਨਾਲ ਕਰਲਾ ਰਿਹਾ ਸੀ, ਕਿਉਂਕਿ ਉਹ ਬੁੱਢਾ ਹੋ ਚੁੱਕਿਆ ਸੀ। ਅਤੇ ਜੋ ਰੋਗੀ ਸੀ ਉਹ ਤਾਂ ਤਕਲੀਫ ਦੇ ਵਿੱਚ ਹੀ ਸੀ ਜਦੋਂ ਕਿ ਉਹਨੂੰ ਬਿਮਾਰੀ ਲੱਗੀ ਹੋਈ ਸੀ। ਅਤੇ ਜਿਹੜਾ ਮੁਰਦਾ ਸੀ ਉਹ ਮਰ ਚੁੱਕਿਆ ਸੀ। ਅਤੇ ਅਖੀਰ ਦੇ ਵਿੱਚ ਉਹਨਾਂ ਨੂੰ ਚੌਥਾ ਪਰਸਨ ਜਿਹੜਾ ਟੱਕਰਦਾ ਉਹ ਇੱਕ ਸਾਧੂ ਟੱਕਰਦਾ, ਜੋ ਕਿ ਬਹੁਤ ਹੀ ਜ਼ਿਆਦਾ ਪ੍ਰਸੰਨ ਚਿੱਤ ਸੀ। ਜਿਸ ਨਾਲ ਇਹਨਾਂ ਨੇ ਗੱਲਬਾਤ ਕੀਤੀ ਤਾਂ ਉਹ ਸਾਧੂ ਨੇ ਇਹਨਾਂ ਨੂੰ ਦੱਸਿਆ ਕਿ ਵੀ ਬੁਢਾਪਾ, ਬਿਮਾਰੀ ਅਤੇ ਮੌਤ ਤਿੰਨੋਂ ਅਟੱਲ ਸੱਚਾਈਆਂ ਨੇ, ਅਤੇ ਇਹ ਹਰ ਇੱਕ ਮਨੁੱਖ 'ਤੇ ਆਉਣੀਆਂ। ਤਾਂ ਉਹ ਸਾਧੂ ਨੂੰ ਪੁੱਛਦਾ ਵੀ ਤੁਸੀਂ ਕਿਉਂ ਇੰਨੇ ਪ੍ਰਸੰਨ ਚਿੱਤ ਹੋ। ਤਾਂ ਉਹਨਾਂ ਨੇ ਕਿਹਾ ਵੀ ਮੈਂ ਸਾਰਾ ਸੰਸਾਰ ਆ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਚੁੱਕਿਆ। ਤਾਂ ਜਿਸ ਕਰਕੇ ਇਹਨਾਂ ਨੇ ਵੀ ਤਪ ਕਰਨ ਦੀ ਜਿਹੜੀ ਠਾਣ ਲਈ, ਸੰਨਿਆਸ ਲੈਣ ਦੀ ਠਾਣ ਲਈ। ਤਾਂ ਇਹਨਾਂ ਨੇ ਜੀ 29 ਸਾਲ ਦੇ ਵਿੱਚ ਆਪਦਾ ਘਰ ਛੱਡ ਦਿੱਤਾ। ਗਿਆ ਨੇੜੇ ਉਰਬੜਾ ਨਾਮਕ ਸਥਾਨ 'ਤੇ ਪੁੱਜੇ ਇਹ, ਜਿੱਥੇ ਇਹਨਾਂ ਨੇ ਤਪ ਕੀਤਾ। ਇਹਨਾਂ ਦੇ ਨਾਲ ਸੀ ਇਹਨਾਂ ਦੇ 5 ਸਾਥੀ। ਇਸ ਤੋਂ ਬਿਨਾਂ ਇਹਨਾਂ ਦਾ ਸਾਰਥੀ ਸੀਗਾ ਜਿਸ ਦਾ ਨਾਮ ਚੰਨ ਸੀ, ਜੋ ਕਿ ਇਹਨਾਂ ਦਾ ਰੱਥ ਚਲਾ ਰਿਹਾ ਸੀ। ਦੈਨ ਇੱਕ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਘੋੜਾ ਸੀਗਾ ਰੱਥ 'ਤੇ, ਉਹਦਾ ਨਾਮ ਸੀ ਕੰਥਕ, ਜੋ ਕਿ ਬਹੁਤ ਹੀ ਪਿਆਰਾ ਸੀ ਇਹਨਾਂ ਨੂੰ। ਤਾਂ ਇਹਨਾਂ ਨੇ ਜਦੋਂ ਇਹ ਘਰ ਤਿਆਗਿਆ 29 ਵਰ੍ਹਿਆਂ ਦੀ ਉਮਰ ਵਿੱਚ, ਇਹਨੂੰ ਇਸ ਘਟਨਾ ਨੂੰ ਮਹਾਂ ਤਿਆਗ ਦੇ ਨਾਂ ਨਾਲ ਬੁੱਧ ਧਰਮ ਦੇ ਵਿੱਚ ਜਾਣਿਆ ਜਾਂਦਾ ਹੈ। ਤਾਂ ਇਹਨਾਂ ਨੇ ਉੱਥੇ ਜਦੋਂ ਤਪ ਕੀਤਾ ਤਾਂ ਇਹਨਾਂ ਨੂੰ ਕੋਈ ਫਲ ਦੀ ਪ੍ਰਾਪਤੀ ਨਾ ਹੋਈ। ਫਿਰ ਇਹਨਾਂ ਨੇ ਤਪ ਛੱਡਤਾ।
ਕਿਉਂਕਿ ਇਹਨਾਂ ਦੀ ਜਿਹੜੀ ਸਿਹਤ ਸੀਗੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ, ਵੀਕ ਹੋ ਚੁੱਕੇ ਸੀ, ਕਮਜ਼ੋਰ ਹੋ ਗਏ ਸੀ। ਤਾਂ ਜਦੋਂ ਇਹਨਾਂ ਨੇ ਤਪ ਛੱਡਿਆ ਤਾਂ ਇੱਕ ਸੁਜਾਤਾ ਨਾਮੀ ਕੰਨਿਆ ਸੀ ਜਿਨ੍ਹਾਂ ਤੋਂ ਇਹਨਾਂ ਨੇ ਦੁੱਧ ਪੀਤਾ ਅਤੇ ਆਪਣਾ ਜਿਹੜਾ ਤਪ ਆ ਤੋੜਿਆ। ਅਤੇ ਇਹਨਾਂ ਦੇ ਜਿਹੜੇ ਸਾਥੀ ਸੀ 5 ਜਿਹੜੇ ਇਹਨਾਂ ਨਾਲ ਆਏ ਸੀ, ਉਹ ਇਹਨਾਂ ਦਾ ਸਾਥ ਛੱਡ ਕੇ ਕਿੱਥੇ ਚਲੇ ਗਏ, ਸਾਰਨਾਥ ਬਨਾਰਸ ਦੇ ਵੱਲ ਚੱਲ ਗਏ। ਇਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਹੀ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ। ਤਾਂ ਇਹਨਾਂ ਨੇ ਜਦੋਂ ਇਹਨਾਂ ਦੀ ਸਿਹਤ ਠੀਕ ਹੋਣ ਲੱਗ ਜਾਂਦੀ ਹੈ, ਰਿਕਵਰ ਹੋਣ ਲੱਗ ਜਾਂਦੀ ਹੈ, ਵਧੀਆ ਇਹਨਾਂ ਦੀ ਸਿਹਤ ਹੋ ਜਾਂਦੀ ਹੈ, ਤਾਂ ਇਹਨਾਂ ਨੇ ਸਮਾਧੀ ਲਾਈ ਗਿਆ ਦੇ ਵਿੱਚ। ਇਹਨਾਂ ਨੇ ਤਪ ਵਾਲਾ ਕੰਮ ਛੱਡਤਾ। ਤਾਂ ਜਿਹੜੀ ਸਮਾਧੀ ਸੀ ਉਹ ਇਹਨਾਂ ਨੇ ਨਦੀ ਨਿਰੰਜਨਾ ਕੰਢੇ ਲਗਾਈ ਸੀ, ਨਿਰੰਜਨਾ ਨਦੀ ਦੇ ਕੰਢੇ 'ਤੇ। ਅਤੇ ਜਿਹੜਾ ਦਰੱਖਤ ਥੱਲੇ ਲਗਾਈ ਸੀ ਉਸ ਦਾ ਨਾਮ ਸੀ ਪਿੱਪਲ। ਪਿੱਪਲ ਦੇ ਦਰੱਖਤ ਥੱਲੇ ਨਿਰੰਜਨਾ ਨਦੀ ਦੇ ਕੰਢੇ 'ਤੇ 7 ਦਿਨ 7 ਰਾਤਾਂ ਦੀ ਅਖੰਡ ਸਮਾਧੀ ਲਗਾਈ। ਅਤੇ 8ਵੇਂ ਦਿਨ ਜਾ ਕੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਉਸ ਗਿਆਨ ਦੀ ਪ੍ਰਾਪਤੀ ਨੂੰ ਬੁੱਧ ਧਰਮ ਦੇ ਵਿੱਚ ਨਿਰਵਾਣ ਦੀ ਪ੍ਰਾਪਤੀ ਬੋਲਿਆ ਜਾਂਦਾ ਜਾਂ ਨਿਰਵਾਣ ਕਿਹਾ ਜਾਂਦਾ। ਉਸ ਸਮੇਂ ਇਹਨਾਂ ਦੀ ਉਮਰ ਸੀ 35 ਸਾਲ ਅਤੇ ਉਸ ਦਿਨ ਵੀ ਵਿਸਾਖ ਦੀ ਪੂਰਨਮਾਸੀ ਸੀ। ਇਹਨਾਂ ਦੇ ਜਨਮ ਸਮੇਂ ਵੀ ਵਿਸਾਖ ਦੀ ਪੂਰਨਮਾਸੀ ਅਤੇ ਗਿਆਨ ਦੀ ਪ੍ਰਾਪਤੀ ਦੇ ਸਮੇਂ ਵੀ ਵਿਸਾਖ ਦੀ ਪੂਰਨਮਾਸੀ ਸੀ। ਜੇਕਰ ਆਪਾਂ ਇਹਨਾਂ ਦੇ ਦੇਹਾਂਤ ਦੀ ਗੱਲ ਕਰੀਏ ਜੀ, ਤਾਂ ਇਹਨਾਂ ਦਾ ਜਿਹੜਾ ਦੇਹਾਂਤ ਹੋਇਆ ਉਹ ਕੁਸ਼ੀਨਗਰ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ। 483 BC ਵੀ ਮੰਨ ਲਿਆ ਜਾਂਦਾ ਅਤੇ 487 BC ਵੀ ਮੰਨ ਲਿਆ ਜਾਂਦਾ। ਅਤੇ ਇਹਨਾਂ ਦਾ ਜਿਹੜਾ ਦੇਹਾਂਤ ਆ ਉਸ ਨੂੰ ਇਸ ਧਰਮ ਦੇ ਵਿੱਚ, ਬੋਧੀ ਧਰਮ ਦੇ ਵਿੱਚ ਮਹਾਪਰਿਨਿਰਵਾਣ ਕਿਹਾ ਜਾਂਦਾ। ਅਤੇ ਇਹ ਵੀ ਜਿਹੜਾ ਇਹਨਾਂ ਨੂੰ ਮਹਾਪਰਿਨਿਰਵਾਣ ਭਾਵ ਕਿ ਇਹਨਾਂ ਦਾ ਜਿਹੜਾ ਦੇਹਾਂਤ ਦੀ ਪ੍ਰਾਪਤੀ ਹੋਈ ਸੀ, ਦੇਹਾਂਤ ਹੋਇਆ ਸੀ, ਉਹ ਵੀ ਇਹਨਾਂ ਦਾ ਵਿਸਾਖ ਦੀ ਪੂਰਨਮਾਸੀ ਨੂੰ ਹੋਇਆ। ਦੇਖੋ ਇੱਥੇ 3 ਗੱਲਾਂ ਜੋ ਮੇਨ ਯਾਦ ਰੱਖਣ ਯੋਗ ਆ। ਇਹਨਾਂ ਦਾ ਜਨਮ, ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਭਾਵ ਨਿਰਵਾਣ, ਅਤੇ ਇਹਨਾਂ ਦਾ ਮਹਾਪਰਿਨਿਰਵਾਣ ਭਾਵ ਇਹਨਾਂ ਦਾ ਦੇਹਾਂਤ ਵੀ, ਤਿੰਨੋਂ ਚੀਜ਼ਾਂ ਇਹਨਾਂ ਨੂੰ ਵਿਸਾਖ ਦੀ ਪੂਰਨਮਾਸੀ ਨੂੰ ਹੀ ਹੋਈਆਂ ਸੀ। ਇਹਨਾਂ ਦੀ ਜਿਹੜੀ ਮੌਤ ਆ ਉਹ ਪੇਚਿਸ ਨਾਲ ਹੁੰਦੀ ਆ। ਚੰਦ ਨਾਮੀ ਲੁਹਾਰ ਸੀ, ਉਹਨਾਂ ਦੇ ਘਰ ਭੋਜਨ ਕੀਤਾ ਸੀ, ਉਸ ਤੋਂ ਬਾਅਦ ਇਹਨਾਂ ਨੂੰ ਪੇਚਿਸ ਹੋ ਗਈ ਅਤੇ ਜਿਸ ਦੇ ਕਾਰਨ ਇਹਨਾਂ ਦੀ ਸਿਹਤ ਸਮਾਧੀ ਨਾਲ ਆਪਾਂ ਕਹਿ ਲਈਏ ਜਾਂ ਫਿਰ ਪਹਿਲਾਂ ਤਪ ਕੀਤਾ ਸੀ ਉਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ ਅਤੇ ਜਿਸ ਨੂੰ ਇਹ ਸਹਿਣ ਨਾ ਕਰ ਸਕੇ ਅਤੇ ਇਹਨਾਂ ਦਾ ਦੇਹਾਂਤ ਹੋ ਗਿਆ ਸੀ। ਇਹਨਾਂ ਨੇ ਜੋ ਆਪਣਾ ਪਹਿਲਾ ਪ੍ਰਵਚਨ ਦਿੱਤਾ ਆਫਟਰ ਗਿਆਨ ਪ੍ਰਾਪਤੀ, ਉਹ ਸੀ ਜੀ ਦਿੱਤਾ ਇਹਨਾਂ ਨੇ ਸਾਰਨਾਥ ਬਨਾਰਸ ਦੇ ਵਿੱਚ, ਅਤੇ ਜਗ੍ਹਾ ਸੀ ਮ੍ਰਿਗ ਬਾਗ। ਇਹਨਾਂ ਨੇ ਜੋ ਉਪਦੇਸ਼ ਦਿੱਤਾ, ਪਹਿਲਾ ਆਪਣਾ ਪ੍ਰਵਚਨ ਦਿੱਤਾ, ਉਹ ਕਹਿਲਾਇਆ ਬੌਧ ਧਰਮ ਦੇ ਵਿੱਚ ਧਰਮ ਪਰਿਵਰਤਨ। ਉਸ ਸਮੇਂ ਜਿਹੜੇ ਇਹਨਾਂ ਦੇ 5 ਬ੍ਰਾਹਮਣ ਸੀਗੇ ਜਿਹੜੇ ਇਹਨਾਂ ਦਾ ਸਾਥ ਛੱਡ ਕੇ ਚਲੇ ਗਏ ਸੀ, ਜਦੋਂ ਇਹਨਾਂ ਨੇ ਤਪ ਕੀਤਾ ਸੀ ਉਹ ਵੀ ਇੱਥੇ ਆ ਗਏ ਵਾਪਸ, ਅਤੇ ਇਹ ਇੱਥੇ ਕੀ ਬਣ ਗਏ, ਆ ਕੇ ਇਹਨਾਂ ਦੇ ਭਿਕਸ਼ੂ ਬਣ ਗਏ। ਅਤੇ ਇਹਨਾਂ ਦੇ ਜਿਹੜੇ 3 ਰਤਨ ਆ ਇਸ ਧਰਮ ਦੇ, ਉਹ ਹਨ ਜੀ ਬੁੱਧ, ਧੰਮ ਅਤੇ ਸੰਗ। 3 ਨੇ, ਬੁੱਧ, ਧੰਮ ਅਤੇ ਸੰਗ। ਹਾਂਜੀ, ਮੈਂ ਇੱਥੇ ਇੱਕ ਚਾਰਟ ਬਣਾਇਆ ਹੋਇਆ ਹੈ ਤਾਂ ਜੋ ਤੁਹਾਨੂੰ ਇਹਨਾਂ ਦਾ ਮੁੱਢਲਾ ਜੀਵਨ ਅਤੇ ਵਿੱਚ ਇਹਨਾਂ ਦੀਆਂ ਜੋ ਘਟਨਾਵਾਂ ਹੋਈਆਂ, ਕਿੱਥੇ ਕਿੱਥੇ ਹੋਈਆਂ, ਉਹਨਾਂ ਨੂੰ ਸਮਝਣ ਵਿੱਚ ਔਖਿਆਈ ਨਾ ਆਵੇ। ਤਾਂ ਕਰਕੇ ਇੱਥੇ ਮੈਂ ਇੱਕ ਤੁਹਾਡੇ ਲਈ ਚਾਰਟ ਆ ਜਿਹੜਾ ਉਹ ਤਿਆਰ ਕੀਤਾ ਹੈ, ਜਿਸ ਦੇ ਵਿੱਚ ਪੂਰੀ ਇਹਨਾਂ ਦੇ ਮੁੱਢਲੇ ਜੀਵਨ ਦੀ ਜਾਣਕਾਰੀ ਹੈ, ਸਾਰੇ ਜੀਵਨ ਦੀ ਦਿੱਤੀ ਜਾਏਗੀ। ਪਹਿਲਾਂ ਜੀ ਚਾਰਟ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ, ਦਿੱਤੀ ਗਈ ਆ ਉਮਰ, ਦਿਨ, ਸਥਾਨ, ਦਿਨ, ਘਟਨਾ, ਨਾਮ, ਚਿੰਨ੍ਹ। ਘਟਨਾ ਕਿਉਂਕਿ ਜੋ ਵੀ ਇਹਨਾਂ ਦੇ ਜੀਵਨ ਵਿੱਚ ਘਟਨਾ ਹੋਈ ਸੀਗੀ ਉਹਨੂੰ ਕੋਈ ਨਾ ਕੋਈ ਬੌਧ ਧਰਮ ਦੇ ਵਿੱਚ ਨਾਮ ਦਿੱਤਾ ਗਿਆ, ਅਤੇ ਹਰ ਇੱਕ ਜੋ ਘਟਨਾ ਉਹਦੇ ਲਈ ਇੱਕ ਚਿੰਨ੍ਹ ਵਰਤਿਆ ਗਿਆ ਅਤੇ ਉਹਨਾਂ ਦਾ, ਅਤੇ ਉਸ ਘਟਨਾ ਨੂੰ ਇੱਕ ਨਾਮ ਦਿੱਤਾ ਗਿਆ। ਉਸ ਦੇ ਬਾਰੇ ਗੱਲ ਕਰੀ ਜਾਵੇਗੀ ਇਸ ਚਾਰਟ ਦੇ ਵਿੱਚ, ਜੋ ਕਿ ਤੁਹਾਨੂੰ ਬਹੁਤ ਈਜ਼ਲੀ ਸਮਝ ਆ ਜਾਏਗਾ। ਪਹਿਲਾਂ ਜਦੋਂ ਮਤਲਬ ਬਾਏ ਬਰਥ ਹੋਇਆ ਇਹਨਾਂ ਦਾ, 0 ਉਮਰ ਸੀ ਸੀਗਾ, ਤਾਂ ਉਹ ਲਵੰਨੀ ਦੇ ਵਿੱਚ ਹੋਇਆ। ਇਸ ਘਟਨਾ ਨੂੰ ਜਨਮ ਬੋਲਦੇ ਅਤੇ ਇਹਨੂੰ ਕੋਈ ਨਾਮ ਨਹੀਂ ਦਿੱਤਾ ਗਿਆ, ਸਿੱਧਾ ਹੀ ਜਨਮ ਕਹਿ ਦਿੰਦੇ ਆ। ਅਤੇ ਇਸ ਦੇ ਇਹਨਾਂ ਦੇ ਜੋ ਜਨਮ ਹੈ ਉਹਨੂੰ ਸ਼ੋਅ ਕਰਨ ਦੇ ਲਈ ਚਿੰਨ੍ਹ ਵਰਤੇ ਜਾਂਦੇ ਹੈ ਜੀ ਕਮਲ ਅਤੇ ਬਲਦ ਦੀ। ਦੈਨ 29 ਸਾਲ ਦੀ ਉਮਰ ਵਿੱਚ ਇਹਨਾਂ ਨੇ ਲਵੰਨੀ 'ਚ ਸੀਗੇ, ਇਹਨਾਂ ਨੇ ਆਪਦਾ ਘਰ ਛੱਡਤਾ ਅਤੇ ਜੋ ਕਿ ਉਰਬਲਾ ਦੇ ਜੰਗਲ ਵਿੱਚ ਚਲੇ ਗਏ ਸੀ ਇਹ। ਅਤੇ ਇਸ ਘਟਨਾ ਨੂੰ ਬੌਧ ਧਰਮ ਦੇ ਵਿੱਚ ਮਹਾਤਿਆਗ ਜਾਂ ਮਹਾਵਿਨਿਸ਼ਕਰਮਣ ਕਿਹਾ ਜਾਂਦਾ ਹੈ, ਅਤੇ ਇਸ ਘਟਨਾ ਨੂੰ ਘੋੜੇ ਦੇ ਚੰਨ ਨਾਲ ਦਰਸਾਇਆ ਜਾਂਦਾ। 35 ਸਾਲ ਦੀ ਉਮਰ ਵਿੱਚ ਗਿਆ ਵਿਖੇ ਇਹਨਾਂ ਨੂੰ ਨਿਰਵਾਣ ਦੀ ਜਾਂ ਆਪਾਂ ਕਹਿ ਲਈਏ ਗਿਆਨ ਦੀ ਪ੍ਰਾਪਤੀ ਹੋਈ, ਜਿਸ ਨੂੰ ਇੰਗਲਿਸ਼ ਦੇ ਵਿੱਚ ਇਨਲਾਈਟਮੈਂਟ ਵੀ ਕਹਿ ਦਿੱਤਾ ਜਾਂਦਾ, ਅਤੇ ਇਸ ਘਟਨਾ ਨੂੰ ਨਿਰਵਾਣ ਕਿਹਾ ਜਾਂਦਾ। ਅਤੇ ਇਹ ਇਹਨਾਂ ਨੇ ਬੋਧੀ ਦਰੱਖਤ ਪਿੱਪਲ ਦਾ ਸੀ ਜੋ ਉਸ ਦੇ ਥੱਲੇ ਆਪਾਂ ਕਹਿ ਲਈਏ ਪਿੱਪਲ ਦੇ ਦਰੱਖਤ ਥੱਲੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਤਾਂ ਕਰਕੇ ਇਹਨਾਂ ਦੀ ਜਿਹੜੇ ਇਹਨੂੰ ਸ਼ੋਅ ਕੀਤਾ ਜਾਂਦਾ, ਚਿੰਨ੍ਹ ਵਰਤਿਆ ਜਾਂਦਾ ਬੁੱਧ ਦਰੱਖਤ ਪਿੱਪਲ ਦਾ।
ਦੈਨ 35 ਸਾਲ ਦੀ ਉਮਰ ਵਿੱਚ ਸਾਰਨਾਥ ਵਿਖੇ ਇਹਨਾਂ ਨੇ ਆਪਣਾ ਪਹਿਲਾ ਪ੍ਰਵਚਨ ਦਿੱਤਾ, ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਇਸ ਨੂੰ ਧਰਮ ਚੱਕਰ ਪਰਿਵਰਤਨ ਦੇ ਨਾਂ ਨਾਲ ਜਾਣਿਆ ਜਾਂਦਾ ਅਤੇ ਇਸ ਘਟਨਾ ਨੂੰ ਦਰਸਾਇਆ ਜਾਂਦਾ ਜੀ ਚੱਕਰ ਵੀਲ ਦੇ ਨਾਲ, ਇੱਕ ਚੱਕਰ ਸ਼ੋਅ ਕੀਤਾ ਜਾਂਦਾ। 80 ਸਾਲ ਦੀ ਉਮਰ ਵਿੱਚ ਕੁਸ਼ੀਨਗਰ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ। ਇਸ ਘਟਨਾ ਨੂੰ ਮਹਾਪਰਿਨਿਰਵਾਣ ਕਿਹਾ ਜਾਂਦਾ ਅਤੇ ਜੋ ਇਹਨਾਂ ਦਾ ਦੇਹਾਂਤ ਹੋਇਆ, ਮਹਾਪਰਿਨਿਰਵਾਣ ਦੀ ਪ੍ਰਾਪਤੀ ਹੋਈ, ਉਸ ਨੂੰ ਇਹ ਸਤੂਪਾਂ ਦੇ ਨਾਲ ਦਰਸਾਉਂਦੇ ਨੇ। ਇਸ ਕਰਕੇ ਹੁਣ ਤੁਹਾਨੂੰ ਪਤਾ ਚੱਲ ਗਿਆ ਹੋਣਾ, ਕਿਉਂਕਿ ਆਪਾਂ ਦੇਖਦੇ ਹੀ ਹਾਂ ਜੋ ਵੀ ਬੁੱਧ ਧਰਮ ਦੀਆਂ ਕੋਈ ਮੂਰਤਾਂ ਮਿਲਦੀਆਂ ਗੀਆਂ, ਉਹਨਾਂ ਉੱਪਰ ਕਮਲ, ਘੋੜਾ, ਬਲਦ ਜਾਂ ਆਪਾਂ ਕਹਿ ਲਈਏ ਪਿੱਪਲ, ਚੱਕਰ ਜਾਂ ਸਤੂਪ ਬਣਾਏ ਹੁੰਦੇ ਆ, ਕੋਈ ਨਾ ਕੋਈ ਚੀਜ਼ ਉੱਕਰੀ ਹੁੰਦੀ ਹੈ, ਮੂਰਤ ਉੱਕਰੀ ਹੁੰਦੀ ਹੈ। ਤਾਂ ਉਹ ਇਹਨਾਂ ਦੇ ਵੱਖ-ਵੱਖ ਚਿੰਨ੍ਹਾਂ, ਵੱਖ-ਵੱਖ ਘਟਨਾਵਾਂ ਨਾਲ ਸੰਬੰਧਿਤ ਆ, ਜੋ ਕਿ ਤੁਹਾਨੂੰ ਆਸ ਹੈ ਕਿ ਮੈਨੂੰ ਆਸ ਹੈ ਕਿ ਤੁਹਾਨੂੰ ਪਤਾ ਚੱਲ ਗਿਆ ਹੋਣਾ ਵੀ ਕਿਹੜੀ ਘਟਨਾ ਨਾਲ ਕਿਹੜਾ ਚਿੰਨ੍ਹ ਦਰਸਾਇਆ ਜਾਂਦਾ। ਅਤੇ ਇਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਜੀ ਮੁੱਖ ਫਿਲਾਸਫੀ ਦੀ, 4 ਸੱਚਾਈਆਂ 'ਤੇ ਜ਼ੋਰ ਦਿੰਦੇ ਸੀ। ਜੀਵਨ ਦੁੱਖਾਂ ਦਾ ਘਰ ਹੈ, ਇੱਛਾ ਦੁੱਖਾਂ ਦਾ ਘਰ ਹੈ, ਇੱਛਾ ਨੂੰ ਮਾਰ ਕੇ ਦੁੱਖ ਦੂਰ ਹੋ ਜਾਂਦੇ ਹਨ, ਅਤੇ ਲਾਲਸਾ ਦਾ ਦਮਨ। ਇਹ ਲਾਲਸਾ ਦਾ ਦਮਨ ਕਰਨ ਲਈ ਇਹਨਾਂ ਨੇ ਅਸ਼ਟਮਾਰਗ ਦਿੱਤਾ, ਜਿਹਨੂੰ ਆਪਾਂ ਮੱਧ ਮਾਰਗ ਵੀ ਕਹਿ ਲੈਂਦੇ ਹਾਂ, ਜਾਂ ਆਪਾਂ ਇਸ ਨੂੰ ਅਸ਼ਟਾਂਗ ਮਾਰਗ ਕਹਿ ਲੈਂਦੇ ਹਾਂ, ਕਿਉਂਕਿ ਇਹਦੇ ਵਿੱਚ 8 ਜਿਹੜੇ ਸਿਧਾਂਤ ਦਿੱਤੇ ਗਏ ਆ, 8 ਨਿਯਮ ਦਿੱਤੇ ਗਏ ਆ। ਉਹ ਕਿਹੜੇ ਨੇ ਜੀ? ਪਹਿਲਾ ਹੈ ਸੱਚਾ ਵਿਸ਼ਵਾਸ ਹੋਣਾ ਚਾਹੀਦਾ ਸਾਨੂੰ, ਸਾਡੇ ਜਿਹੜੇ ਵਿਚਾਰ ਆ ਉਹ ਵੀ ਸੱਚੇ ਹੋਣੇ ਚਾਹੀਦੇ ਆ, ਜਿਹੜੇ ਵਚਨ ਆ ਉਹ ਵੀ ਸੱਚੇ ਹੋਣੇ ਚਾਹੀਦੇ ਆ, ਸੱਚਾ ਰਹਿਣ ਸਹਿਣ, ਖਾਣ ਪੀਣ ਆਪਣਾ ਸੱਚਾ ਹੋਣਾ ਚਾਹੀਦਾ, ਸੱਚੇ ਸਾਨੂੰ ਸ਼ੁੱਧ ਕਰਮ ਕਰਨੇ ਚਾਹੀਦੇ ਆ, ਕਿਸੇ ਨਾਲ ਠੱਗੀ ਚੋਰੀ ਨਹੀਂ ਕਰਨੀ ਚਾਹੀਦੀ, ਸੱਚਾ ਯਤਨ, ਸਾਨੂੰ ਕੋਈ ਵੀ ਚੀਜ਼ ਪ੍ਰਾਪਤ ਕਰਨ ਦੇ ਲਈ ਉਹਦੇ ਲਈ ਮਿਹਨਤ ਕਰਨੀ ਚਾਹੀਦੀ ਆ ਤੇ ਆਪਣੇ ਮਨੋਂ। ਦੈਨ 8ਵਾਂ ਜੀ ਆਖਰੀ ਹੈ ਜੋ ਸੱਚੀ ਸਿਮਰਤੀ ਹੁੰਦੀ ਹੈ ਜੀ ਸਮਾਧੀ, ਜੋ ਅਸੀਂ ਸਮਾਧੀ ਹੈ ਮੰਨ ਲਓ ਅਸੀਂ ਪਰਮਾਤਮਾ ਨੂੰ ਪਾਉਣਾ, ਉਹ ਵੀ ਸੱਚੇ ਮਨ ਦੇ ਨਾਲ ਹੀ ਸਾਨੂੰ ਕਰਨੀ ਚਾਹੀਦੀ ਆ। ਹਾਂਜੀ, ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਅਨੁਯਾਈਆਂ ਦੀ, ਇਹ 2 ਤਰ੍ਹਾਂ ਦੇ ਸੀ। ਪਹਿਲੇ ਸੀ ਉਪਾਸ਼ਕ, ਦੂਸਰੇ ਸੀ ਭੈਕਸ਼ੂ। ਜਿਹੜੇ ਉਪਾਸ਼ਕ ਸੀ ਉਹ ਸੀ ਗ੍ਰਹਿਸਥ ਵਾਲੇ, ਭਾਵ ਕਿ ਉਹਨਾਂ ਦਾ ਵਿਆਹ ਹੋਇਆ ਹੁੰਦਾ ਸੀ ਤਾਂ ਨਾਲ ਹੀ ਉਹ ਪਰਮਾਤਮਾ ਦੀ ਭਗਤੀ ਵੀ ਕਰਦੇ ਸੀ ਅਤੇ ਗ੍ਰਹਿਸਥ ਜੀਵਨ ਵਿੱਚ ਰਹਿ ਕੇ ਪਰਮਾਤਮਾ ਨੂੰ ਪਾਉਣ ਵਿੱਚ ਯਕੀਨ ਰੱਖਦੇ ਸੀ ਇਹ। ਅਤੇ ਜਿਹੜੇ ਭੈਕਸ਼ੂ ਸੀ ਉਹ ਸੀ ਸੰਨਿਆਸੀ, ਉਹਨਾਂ ਨੇ ਆਪਣਾ ਜਿਹੜਾ ਧਰਮ, ਘਰ-ਬਾਰ ਉਹ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਸਮਾਧੀ ਲਗਾਉਂਦੇ ਸੀ, ਜਾਂ ਫਿਰ ਆਪਾਂ ਕਹਿ ਦਈਏ ਸੰਘਾਂ ਦੇ ਵਿੱਚ ਰਹਿੰਦੇ ਸੀ, ਸਤੂਪਾਂ ਦੇ ਵਿੱਚ ਰਹਿੰਦੇ ਸੀ, ਤਾਂ ਉਹ ਸੀ ਸੰਨਿਆਸੀ ਜੀ। ਦੈਨ ਆਨੰਦ ਚੇਲੇ ਸੀ ਇੱਕ ਇਹਨਾਂ ਦਾ, ਜਿਨ੍ਹਾਂ ਦੇ ਕਹਿਣ 'ਤੇ ਔਰਤਾਂ ਨੂੰ ਵੀ ਇਹਨਾਂ ਨੇ ਆਪਣੇ ਭੈਕਸ਼ੁਨੀਆਂ ਬਣਾਇਆ, ਕਿਉਂਕਿ ਪਹਿਲਾਂ ਸਿਰਫ ਮਰਦ ਹੀ ਜਿਹੜੇ ਸੀ ਭੈਕਸ਼ੂ ਬਣ ਜਾਂਦੇ ਸੀ, ਸੰਘਾਂ ਦੇ ਵਿੱਚ ਸ਼ਾਮਲ ਹੁੰਦੇ ਸੀ। ਆਨੰਦ ਚੇਲਾ ਸੀ ਜੋ ਇਹਨਾਂ ਦਾ ਬਹੁਤ ਹੀ ਹਰਮਨ ਪਿਆਰਾ ਸੀ, ਉਹਨਾਂ ਦੇ ਕਹਿਣ 'ਤੇ ਔਰਤਾਂ ਨੂੰ ਵੀ ਭੈਕਸ਼ੁਨੀਆਂ ਦੇ ਰੂਪ ਵਿੱਚ ਸਵੀਕਾਰ ਕੀਤਾ। ਇਹਨਾਂ ਦੀਆਂ ਜਿਹੜੀਆਂ ਬੈਠਕਾਂ ਹੁੰਦੀਆਂ ਸੀ ਉਹਨਾਂ ਦੀ ਗਣਪੂਰਤੀ, ਮੈਂ ਕਹਿ ਲਈਏ 10 ਕੋਰਮ, 10 ਮੈਂਬਰ ਹੋਣੇ ਬਹੁਤ ਜ਼ਰੂਰੀ ਸੀ ਜੇਕਰ ਕੋਈ ਬੈਠਕ ਹੁੰਦੀ ਸੀ ਇਸ ਧਰਮ ਦੇ ਬਾਰੇ। ਸੰਘ ਦਾ ਮੁਖੀ ਹੁੰਦਾ ਸੀ, ਜਿਹੜਾ ਇਹਨਾਂ ਦੇ ਸੰਘ ਬਣਾਏ ਗਏ ਸੀ ਵੱਖ-ਵੱਖ, ਤਾਂ ਉਹਨਾਂ ਸੰਘਾਂ ਦਾ ਮੁਖੀ ਨੂੰ ਕਿਹਾ ਜਾਂਦਾ ਸੀ ਸਭਾਪਤੀ। ਪ੍ਰਸਿੱਧ ਵਿਹਾਰ ਇਹਨਾਂ ਦੇ ਕੇਂਦਰ ਮੀਨਜ਼ ਉਹ ਸੀ ਜੇਤਵਨ, ਅਮਰਵਨ ਅਤੇ ਮ੍ਰਿਗਵਨ। 3 ਸੀ, ਜੇਤਵਨ, ਅਮਰਵਨ ਅਤੇ ਮ੍ਰਿਗਵਨ। ਕਈ ਵਾਰ ਇਹਨਾਂ 'ਚੋਂ ਕੁਐਸਚਨ ਪੁੱਟ ਕਰ ਲਿਆ ਜਾਂਦਾ ਜੀ। ਅਤੇ ਇਹ 9 ਮਹੀਨੇ ਘੁੰਮਦੇ ਰਹਿੰਦੇ ਸੀ, 3 ਮਹੀਨੇ ਵਿਚਾਰ ਚਰਚਾ ਕਰਦੇ ਸੀ ਆਪਣੇ ਧਰਮ ਦੇ ਬਾਰੇ। ਉਹ ਵੀ ਜਦੋਂ ਬਰਸਾਤ ਦੇ ਦਿਨ ਹੁੰਦੇ ਸੀ ਉਦੋਂ 3 ਮਹੀਨੇ, ਅਦਰਵਾਈਜ਼ ਇਹ 9 ਮਹੀਨੇ ਸਾਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਘੁੰਮਦੇ ਰਹਿੰਦੇ ਸੀ ਅਤੇ ਆਪਣਾ ਜਿਹੜਾ ਪ੍ਰਚਾਰ ਸੀ ਧਰਮ ਦਾ ਉਹ ਕਰਦੇ ਸੀ। ਜਦੋਂ ਇਹਨਾਂ ਦੀ ਮੌਤ ਹੋ ਜਾਂਦੀ, ਇਹਨਾਂ ਦਾ ਦੇਹਾਂਤ ਹੋ ਜਾਂਦਾ, ਉਸ ਤੋਂ ਬਾਅਦ ਬੋਧੀ ਮਹਾਸਭਾਵਾਂ ਹੋਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ, ਤਾਂ ਜੋ ਬੁੱਧ ਧਰਮ ਆ ਉਹਨੂੰ ਬਚਾਇਆ ਜਾ ਸਕੇ। ਉਸ ਦੀਆਂ ਮਹਾਤਮਾ ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਗੀਆਂ ਉਹ ਲੋਕਾਂ ਦੇ ਤੱਕ ਪਹੁੰਚਾਈਆਂ ਜਾ ਸਕਣ, ਇਸ ਆਸੇ ਦੇ ਨਾਲ ਹੀ ਜਿਹੜੀਆਂ ਵੱਖ-ਵੱਖ ਮਹਾਸਭਾਵਾਂ ਕੀਤੀਆਂ ਗਈਆਂ। ਪਹਿਲੀ ਜਿਹੜੀ ਮਹਾਸਭਾ ਹੈ ਉਹ ਹੋਈ ਹੈ, ਉਹ ਸਥਾਨ ਸੀ ਰਾਜਗ੍ਰਹਿ, ਉੱਥੇ ਹੋਈ ਹੈ। ਇਹ ਕਦੋਂ ਹੋਈ ਸੀ? ਜਦੋਂ ਇਹਨਾਂ ਦਾ ਦੇਹਾਂਤ ਹੋ ਗਿਆ ਤਾਂ ਕੁਝ ਹਫ਼ਤਿਆਂ ਦੇ ਬਾਅਦ ਹੀ ਜਿਹੜੀ ਇਹ ਬੋਧ ਸਭਾ ਹੋਈ ਸੀ, ਜੋ ਕਿ 483 BC 'ਚ ਹੋਈ ਰਾਜਗ੍ਰਹਿ ਵਿੱਚ, ਜੋ ਕਿ ਰਾਜਗੀਰ ਵੀ ਕਹਿ ਦਿੰਦੇ ਆ। ਇਹਦਾ ਸਭਾਪਤੀ ਸੀ ਮਹਾਕਸ਼ਯਪ। ਚੇਲੇ ਸੀ ਇਹਨਾਂ ਦੇ ਜਿਹੜੇ 2 ਬਹੁਤ ਹੀ ਹਰਮਨ ਪਿਆਰੇ ਸੀ, ਇਹਨਾਂ ਨੂੰ ਬਹੁਤ ਪਿਆਰ ਕਰਦੇ ਸੀ, ਆਨੰਦ ਅਤੇ ਉਪਾਲੀ, ਉਹ ਵੀ ਇੱਥੇ ਸੀ। ਇਸ ਸਮੇਂ ਹੀ ਕਿਹਾ ਸੀ ਕਿ ਭੈਕਸ਼ਨੀਆਂ ਜਿਹੜੀਆਂ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਵਿੱਚ ਉਹਨਾਂ ਨੂੰ ਜ਼ਿਆਦਾ ਆਪਾਂ ਕਹਿ ਦਈਏ ਸਰਪ੍ਰਸਤੀ ਦਿੱਤੀ ਗਈ ਸੀ, ਕਿਉਂਕਿ ਆਨੰਦ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਔਰਤਾਂ ਨੂੰ ਸ਼ਾਮਲ ਕੀਤਾ ਜਾਵੇ, ਅਤੇ ਇੱਥੇ ਵੀ ਉਹਨਾਂ ਨੇ ਔਰਤਾਂ ਦੀ ਆਪਾਂ ਕਹਿ ਲਈਏ ਇਸ ਮਹਾਸਭਾ ਦੇ ਵਿੱਚ ਫਿਰ ਗੱਲ ਕਰੀ ਸੀ।
ਤਿੰਨ ਗ੍ਰੰਥ ਤਿਆਰ ਕੀਤੇ। ਮੇਨ ਗੱਲ ਕੀ ਸੀ, ਇਸ ਦੇ ਵਿੱਚ 3 ਗ੍ਰੰਥ ਆ ਜਿਹੜੇ ਉਹ ਤਿਆਰ ਕੀਤੇ ਗਏ ਸੀ ਬੁੱਧ ਧਰਮ ਦੇ, ਜਿਨ੍ਹਾਂ ਨੂੰ ਆਪਾਂ ਤ੍ਰੈ ਪਿਟਕ ਦੇ ਨਾਮ ਨਾਲ ਜਾਣਦੇ ਹਾਂ। ਪਹਿਲਾ ਸੀ ਜੀ ਸੁੱਤ ਪਿਟਕ, ਦੂਸਰਾ ਸੀ ਬਿਨੇ ਪਿਟਕ, ਤੀਜਾ ਸੀ ਵੀ ਧੰਮ ਪਿਟਕ, ਜਿਨ੍ਹਾਂ ਬਾਰੇ ਆਪਾਂ ਵਿਸਥਾਰਪੂਰਵਕ ਜਾਣਕਾਰੀ ਇਹਨਾਂ ਵਿੱਚ ਕੀ ਆ ਉਹ ਆਪਾਂ ਅੱਗੇ ਕਰਾਂਗੇ। ਦੈਨ ਹੈ ਜੀ ਜੋ ਸ਼ਾਸਕ ਸੀਗਾ ਉਸ ਸਮੇਂ ਜਦੋਂ ਪਹਿਲੀ ਮਹਾਬੋਧ ਸਭਾ ਹੋਈ ਸੀ ਉਹ ਸੀ ਅਜਾਤ ਸ਼ਤਰੂ, ਅਤੇ ਇਸ ਮਹਾਸਭਾ ਦੇ ਵਿੱਚ 500 ਭਿਕਸ਼ੂਆਂ ਨੇ ਹਿੱਸਾ ਲਿਆ ਸੀ। ਦੂਜੀ ਮਹਾਸਭਾ ਹੋਈ ਸੀ ਜੀ ਵਿਸ਼ਾਲੀ 'ਚ 383 BC ਨੂੰ। ਇਹ ਜਿਹੜੀ ਹੋਈ ਸੀਗੀ ਮਹਾਸਭਾ ਸੀ ਜਿਹੜੀ, ਇਹ ਉਹਨਾਂ ਦੇ ਦੇਹਾਂਤ ਤੋਂ, ਮਹਾਤਮਾ ਬੁੱਧ ਦੇ ਦੇਹਾਂਤ ਤੋਂ 100 ਸਾਲ ਬਾਅਦ ਵਿੱਚ ਹੋਈ ਸੀ। ਇਸ ਦੇ ਵਿੱਚ ਮੇਨ ਗੱਲ ਕੀ ਕਰੀ ਸੀ, ਇਹ ਇੰਨੀ ਇੰਪੋਰਟੈਂਟ ਵੀ ਨਹੀਂ ਹੈ, ਬਟ ਇਹਦੇ ਵਿੱਚ 1-2 ਗੱਲਾਂ ਹੀ ਆ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਕਈ ਵਾਰ ਉਹਨਾਂ 'ਚੋਂ ਕੁਐਸਚਨ ਆ ਜਾਂਦਾ। ਇਸ ਦੇ ਵਿੱਚ ਬਿਨੇ ਭਟਕ ਜਿਹੜਾ ਗ੍ਰੰਥ ਸੀ ਇਹਨਾਂ ਦਾ, ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸੀਗੀਆਂ। ਤਾੜ ਦਾ ਕੀ ਤਬਦੀਲੀਆਂ ਕੀਤੀਆਂ ਗਈਆਂ ਸੀ ਜੀ, ਜਿਹੜਾ ਤਾੜ ਦੇ ਦਰਖਤ ਸੀਗਾ ਕੁਛ ਮਤਲਬ ਢਿੱਲਾਂ ਦੇ ਦਿੱਤੀਆਂ ਇਹਨਾਂ ਨੇ ਬੌਧ ਧਰਮ ਦੇ ਵਿੱਚ। ਤਾੜ ਦੇ ਦਰਖਤ ਦੇ ਵਿੱਚ ਨਸ਼ੀਲਾ ਰਸ ਹੁੰਦਾ ਗਾ, ਉਹਨੂੰ ਪੀਣ ਦੇ ਲਈ ਇਹਨਾਂ ਨੇ ਗੱਲ ਮੰਨ ਲਈ ਸੀ ਵੀ ਹਾਂ, ਉਹਦੀ ਖੁੱਲ੍ਹ ਦੇ ਦਿੱਤੀ ਸੀ ਵੀ ਉਹਦਾ ਰਸ ਪੀ ਸਕਦੇ ਆ, ਬਟ ਉਹਦੇ ਵਿੱਚ ਨਸ਼ਾ ਹੁੰਦਾ ਇੱਕ। ਦੈਨ ਸੋਨਾ ਚਾਂਦੀ ਦੀ ਵਰਤੋਂ ਕਰ ਸਕਦੇ ਸੀ ਜਿਹੜੇ ਭਿਕਸ਼ੂ ਭਿਕਸ਼ੂਣੀਆਂ ਸੀ ਥੋੜ੍ਹੀ ਬਹੁਤੀ, ਅਤੇ 700 ਭਿਕਸ਼ੂ ਸੀ ਜਿਹੜੇ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਸੀ। ਅਤੇ ਇਹਦੇ ਵਿੱਚ 10 ਨਿਯਮਾਂ 'ਤੇ ਬਹਿਸ ਹੋਈ ਸੀ, ਜਿਹਦੇ ਵਿੱਚੋਂ ਆਪਾਂ ਕਹਿ ਲਈਏ 6ਵੀਂ ਮੰਨੀ ਸੀਗੀ, ਉਹ ਵੀ ਪਰ ਕੁਛ ਹੱਦ ਤੱਕ ਮੰਨੀ ਸੀ, ਪੂਰਨ ਤੌਰ 'ਤੇ ਆਪਾਂ ਕਹਿ ਲਈਏ ਉਹਨੂੰ ਨਹੀਂ ਮੰਨਿਆ ਗਿਆ ਸੀ। ਉਹਦੇ ਵਿੱਚ ਜਿਹੜੀਆਂ ਗੱਲਾਂ ਸੀਗੀਆਂ ਮਤਲਬ ਥੋੜ੍ਹੀਆਂ ਜਿਵੇਂ ਚੇਂਜ ਕਰਤੇ ਸੀ, ਤਾੜ ਦੇ ਪੱਤਿਆਂ ਦਾ ਦਰਖਤ ਦੇ ਜਿਹੜੇ ਨਸ਼ੀਲੇ ਰਸ ਆ ਉਹ ਪੀਣ ਦੇ, ਜਾਂ ਆਪਾਂ ਕਹਿ ਲਈਏ ਸੋਨੇ ਚਾਂਦੀ ਦੀ ਵਰਤੋਂ ਕਰਨ ਦੀ ਗੱਲ ਕਰੀ ਗਈ ਸੀ। ਅਤੇ ਇਸ ਦਾ ਵਿਰੋਧ ਕਰਿਆ ਸੀਗਾ ਭਿਕਸ਼ੂ ਸੀ ਜਸ਼ ਨਾਮਕ, ਉਹਨੇ ਇਹਦੀ ਵਿਰੋਧਤਾ ਕਰੀ ਵੀ ਇਹਦੇ ਵਿੱਚ ਜਿਹੜੇ ਚੇਂਜਸ ਨਹੀਂ ਹੋਣੇ ਚਾਹੀਦੇ ਬਿਨੇ ਭਟਕ ਦੇ ਵਿੱਚ। ਉਹਨਾਂ ਨੇ ਸੰਦੇਸ਼ ਭੇਜਿਆ ਸੀ ਪੱਛਮ ਦੱਖਣ ਦੇ ਜਿਹੜੇ ਭਿਕਸ਼ੂ ਸੀ ਵੀ ਤੁਸੀਂ ਇੱਥੇ ਆ ਜਾਓ ਵਿਸ਼ਾਲੀ ਦੇ ਵਿੱਚ, ਅਤੇ ਕਿਉਂਕਿ ਜਿਹੜਾ ਚੇਂਜ ਆ ਜਿਹੜਾ ਕੀਤਾ ਜਾ ਰਿਹਾ ਗ੍ਰੰਥਾਂ ਦੇ ਵਿੱਚ ਫੇਰਬਦਲ ਕੀਤਾ ਜਾ ਰਿਹਾ, ਤਾਂ ਉਸ ਸਮੇਂ ਜਿਹੜਾ ਪ੍ਰਧਾਨ ਸੀਗਾ ਇਹਦਾ ਸਭਾ ਦਾ ਉਹ ਸੀ ਜੀ ਸਰਬਕਾਮੀ, ਅਤੇ ਰਾਜਾ ਸੀ ਉਸ ਸਮੇਂ ਦਾ ਕਲਾ ਸ਼ੋਕ ਜਿਹਨੂੰ ਕਾਲਾ ਸ਼ੋਕ ਵੀ ਕਹਿ ਦਿੱਤਾ ਜਾਂਦਾ। ਅਤੇ ਇਸ ਦੇ ਵਿੱਚ ਜੋ ਬਹੁਤ ਮੇਨ ਗੱਲ ਹੋਈ ਸੀ ਉਹ ਸੀ ਜੀ 2 ਧਿਰਾਂ ਬਣ ਗਈਆਂ ਸੀ, ਇੱਕ ਸਥਿਰਵਾਦੀ ਸੀ, ਇੱਕ ਸੀ ਮਹਾਸੰਘਿਅਕ। ਜਿਹੜੇ ਸਥਿਰਵਾਦੀ ਸੀ ਉਹ ਪਰੰਪਰਾਵਾਦੀ ਸੀ ਅਤੇ ਕੋਈ ਚੇਂਜ ਨਹੀਂ ਕਰਨਾ ਚਾਹੁੰਦੇ ਸੀ, ਜਿਉਂ ਦਾ ਤਿਉਂ ਜਿਵੇਂ ਮਹਾਤਮਾ ਬੁੱਧ ਨੇ ਕਿਹਾ ਵੀ ਉਵੇਂ ਹੀ ਧਰਮ ਨੂੰ ਰੱਖਣਾ ਚਾਹੁੰਦੇ ਸੀ। ਪਰ ਜਿਹੜੇ ਮਹਾਸੰਘਿਅਕ ਵਾਲੇ ਸੀ ਉਹ ਕੁਝ ਕੁ ਆਪਾਂ ਕਹਿ ਦਈਏ ਨਵੇਂ ਚੇਂਜ ਕਰਨੇ ਚਾਹੁੰਦੇ ਸੀ, ਨਵੇਂ ਨਿਯਮ ਲੈ ਕੇ ਆਉਣੇ ਚਾਹੁੰਦੇ ਸੀਗੇ ਬਿਨੇ ਭਟਕ ਦੇ ਵਿੱਚ, ਅਤੇ ਬੁੱਧ ਧਰਮ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਚਾਹੁੰਦੇ ਸੀ ਸਮੇਂ ਦੇ ਅਨੁਸਾਰ। ਜਿਸ ਕਰਕੇ ਇਹਨਾਂ ਨੇ ਜਿਹੜਾ ਮਹਾਸੰਘਿਅਕ ਸੀਗਾ ਇਹਦਾ ਮੋਢੀ ਸੀ ਭੱਦਰ, ਜਾਂ ਜਿਹਨੂੰ ਆਪਾਂ ਮਹਾਦੇਵ ਕਹਿ ਲਈਏ। ਇਹ ਸੀ ਜੀ ਦੂਜੀ ਮਹਾਸਭਾ ਦੇ ਬਾਰੇ ਜਿਹੜੀ ਆਪਾਂ ਗੱਲ ਕਰੀ ਆ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਤੀਜੀ ਮਹਾਸਭਾ, ਜੋ ਕਿ ਪਾਟਲੀਪੁੱਤਰ ਵਿੱਚ ਹੋਈ 251 BC ਦੇ ਵਿੱਚ। ਇਸ ਦੇ ਵਿੱਚ ਇਹ ਪ੍ਰਧਾਨ ਸੀ ਮੋਗਲੀ ਪੁੱਤ ਤੈਸ਼, ਅਤੇ ਰਾਜਾ ਸੀ ਉਸ ਸਮੇਂ ਜੋ ਰਾਜ ਕਰ ਰਿਹਾ ਸੀ ਉਹ ਸੀ ਜੀ ਅਸ਼ੋਕ। ਭਿਕਸ਼ੂ ਸੀ ਸ਼ਾਮਲ ਹੋਏ ਜੋ 1000 ਭਿਕਸ਼ੂਆਂ ਨੇ ਹਿੱਸਾ ਲਿਆ। ਇਹ ਜਿਹੜੀ ਤੀਜੀ ਮਹਾਸਭਾ ਸੀ ਇਹ 9 ਮਹੀਨੇ ਸੀਗੀ ਜਿਹੜੀ ਚੱਲਦੀ ਰਹੀ ਸੀ, ਅਤੇ ਆਪਸੀ ਮਤਭੇਦ ਸੀ ਜੋ ਇਹਨਾਂ ਦੇ ਧਰਮ ਦੇ ਵਿੱਚ ਚੇਂਜ ਕਰਨ ਦੇ ਉਹ ਥੋੜ੍ਹੇ ਬਹੁਤੇ ਦੂਰ ਕੀਤੇ ਗਏ। ਹਾਂਜੀ, ਜੇਕਰ ਹੁਣ ਆਪਾਂ ਗੱਲ ਕਰੀਏ ਚੌਥੀ ਮਹਾਸਭਾ, ਜੋ ਕਿ ਬਹੁਤ ਹੀ ਮਹੱਤਵਪੂਰਨ ਯੋਗਦਾਨ ਰੱਖਦੀ ਹੈ ਬੁੱਧ ਧਰਮ ਦੇ ਵਿੱਚ। ਇਹ ਦੂਸਰੀ ਸ਼ਤਾਬਦੀ ਦੇ ਵਿੱਚ ਹੋਈ ਸੀਗੀ, ਅਤੇ ਕਸ਼ਮੀਰ ਕੁੰਡਲਵਨ ਦੇ ਵਿੱਚ ਹੋਈ। ਪ੍ਰਧਾਨ ਸੀ ਵਾਸ਼ੂਮਿੱਤਰ, ਉਪ ਪ੍ਰਧਾਨ ਸੀ ਅਸ਼ਵਘੋਸ਼। ਉਸ ਸਮੇਂ ਦਾ ਜੋ ਰਾਜਾ ਰਾਜ ਕਰ ਰਿਹਾ ਸੀ ਉਹ ਸੀ ਕਨਿਸ਼ਕ, ਜੋ ਕਿ ਸ਼ਕ ਵੰਸ਼ ਨਾਲ ਸੰਬੰਧਿਤ ਸੀ। ਭਿਕਸ਼ੂ 500 ਭਿਕਸ਼ੂਆਂ ਨੇ ਹਿੱਸਾ ਲਿਆ ਇਹਦੇ ਵਿੱਚ। ਅਤੇ ਇੱਥੇ ਕੀ ਹੋ ਜਾਂਦਾ, ਹੀਨ ਜਾਣ ਅਤੇ ਮਹਾਂ ਜਾਣ 2 ਸ਼ਾਖਾਵਾਂ ਬਣ ਜਾਂਦੀਆਂ ਬੁੱਧ ਧਰਮ ਦੀਆਂ। ਅਤੇ ਜਿਹੜੇ ਤ੍ਰੈਪਿਟਕ ਗ੍ਰੰਥ ਆ ਉਹਨਾਂ 'ਤੇ ਟਿੱਪਣੀਆਂ ਲਿਖੀਆਂ ਗਈਆਂ। ਮਹਾਵਿਭਾਸ਼ ਨਾਂ ਦਾ ਆਪਾਂ ਕਹਿ ਲਈਏ ਨਵਾਂ ਨਾਂ ਦਿੱਤਾ ਗਿਆ, ਜਿਹੜੀਆਂ ਤ੍ਰੈਪਿਟਕ 'ਤੇ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਨੂੰ ਮਹਾਵਿਭਾਸ਼ ਕਿਹਾ ਗਿਆ, ਅਤੇ ਜਿਹਨੂੰ ਆਪਾਂ ਕਈ ਵਾਰ ਮਹਾਕੋਸ਼ ਵੀ ਕਹਿ ਦਿੰਦੇ ਆ ਮਹਾਵਿਭਾਸ਼ ਨੂੰ। ਤਾਂ ਕਈ ਵਾਰ ਇੱਥੇ ਪ੍ਰਸ਼ਨ ਆ ਸਕਦਾ ਮਹਾਵਿਭਾਸ਼ ਕੀ ਆ, ਵੀ ਉਹ ਤ੍ਰੈਪਿਟਕ ਗ੍ਰੰਥ 'ਤੇ ਕੀਤੀਆਂ ਗਈਆਂ ਟਿੱਪਣੀਆਂ, ਜਾਂ ਮਹਾਕੋਸ਼ ਕੀ ਆ, ਤ੍ਰੈਪਿਟਕ ਗ੍ਰੰਥ 'ਤੇ ਕੀਤੀਆਂ ਗਈਆਂ ਟਿੱਪਣੀਆਂ ਗੀਆਂ।
ਤੇ ਦੋ ਜਿਹੜੀਆਂ ਸਿਖਾਵਾਂ ਸੀਗੀਆਂ ਮੇਨ ਗੱਲ ਇਹਦੇ ਵਿੱਚ ਇਹ ਅਕਸਰ ਆ ਜਾਂਦਾ ਕਿ ਚੌਥੀ ਮਹਾਂਸਭਾ ਦੇ ਵਿੱਚ ਕਿਹੜੀਆਂ ਦੋ ਸਿਖਾਵਾਂ ਬਣੀਆਂ, ਹੀਨਜਾਨ ਤੇ ਮਹਾਜਾਨ। ਤਾਂ ਇਹ ਵੀ ਆ ਸਕਦਾ ਕਿ ਹੀਨਜਾਨ ਤੇ ਮਹਾਜਾਨ ਕਿਹੜੀ ਮਹਾਂਸਭਾ ਦੇ ਸਮੇਂ ਜਿਹੜੀਆਂ ਸਿਖਾਵਾਂ ਬਣੀਆਂ ਬੁੱਧ ਧਰਮ ਦੀਆਂ, ਉਹ ਆ ਜਾਏਗਾ ਜੀ ਚੌਥੀ ਮਹਾਂਸਭਾ ਦੇ ਦੌਰਾਨ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ ਜਿਹੜੇ ਇਹਨਾਂ ਦੇ ਗ੍ਰੰਥ ਸੀਗੇ, ਇਹਨਾਂ ਨੇ ਪਹਿਲੀ ਮਹਾਂਸਭਾ ਦੇ ਵਿੱਚ ਤਿਆਰ ਕੀਤੇ ਸੀਗੇ। ਸੁੱਤ ਪਿਟਕ, ਬਿਨੇ ਪਿਟਕ ਤੇ ਅਭਿਧੰਮ ਪਿਟਕ, ਜਿਹਨੂੰ ਆਪਾਂ ਤ੍ਰੈ ਪਿਟਕ ਦੇ ਨਾਮ ਨਾਲ ਪੁਕਾਰਦੇ ਹਾਂ ਤਿੰਨਾਂ ਨੂੰ। ਸੁੱਤ ਪਿਟਕ ਜਿਹੜਾ ਉਹ ਪਾਲੀ ਭਾਸ਼ਾ ਦੇ ਵਿੱਚ ਇਹਨਾਂ ਨੇ ਪਾਲੀ ਭਾਸ਼ਾ ਵਰਤੀ ਸੀ ਅਤੇ 5 ਭਾਗ ਇਸ ਦੇ ਹਨ ਸੁੱਤ ਪਿਟਕ ਦੇ। ਬੁੱਧ ਦੇ ਸਿਧਾਂਤ ਆਪਣੇ ਸ਼ਬਦਾਂ 'ਚ, ਭਾਵ ਕਿ ਇਹਦੇ ਵਿੱਚ ਕੀ ਗੱਲ, ਜਿਹੜੇ ਬੁੱਧ ਧਰਮ ਦੇ ਅਨੁਯਾਈ ਸੀ ਮਹਾਤਮਾ ਬੁੱਧ, ਉਹਨਾਂ ਦੇ ਸਿਧਾਂਤਾਂ ਨੂੰ ਲਿਖਿਆ ਗਿਆ, ਉਹਨਾਂ ਦੇ ਹੀ ਸ਼ਬਦਾਂ ਦੇ ਵਿੱਚ ਉਹਨਾਂ ਨੇ ਜਿਵੇਂ ਕਿਹਾ ਸੀ ਤਿਉਂ ਹੀ ਇਹਦੇ ਵਿੱਚ ਵਰਣਨ ਮਿਲਦਾ। ਅਤੇ ਉਹਨਾਂ ਦੇ ਜਿਹੜੇ ਚੇਲੇ ਸੀਗੇ ਉਹਨਾਂ ਦੇ ਵੀ ਕੁਝ ਵਾਕ ਆ ਜਿਹੜੇ ਸੁੱਤ ਪਿਟਕ ਦੇ ਵਿੱਚ ਪਾਏ ਜਾਂਦੇ ਆ। ਇਸ ਤੋਂ ਬਿਨਾਂ ਜਾਤਕ ਕਹਾਣੀਆਂ ਗੀਆਂ ਜੋ ਕਿ ਪੂਰਵ ਜਨਮ ਦੀ ਗੱਲ ਕਰਦੀਆਂ ਅਤੇ ਜੋ ਕਿ ਰਿਲੇਟਡ ਹਨ ਮਹਾਤਮਾ ਬੁੱਧ ਦੇ ਨਾਲ। ਸੈਕਿੰਡ ਗ੍ਰੰਥ ਸੀ ਜੀ ਇਹਨਾਂ ਦਾ ਬਿਨੇ ਪਿਟਕ, ਜੋ ਕਿ ਭੈਕਸ਼ਣੀਆਂ ਸੀ, ਉਹਨਾਂ ਦੇ ਆਚਰਣ ਕਿਹੋ ਜਿਹਾ ਹੋਣਾ ਚਾਹੀਦਾ, ਉਹਨਾਂ ਨੂੰ ਕਿਹੋ ਜਿਹਾ ਜੀਵਨ ਬਤੀਤ ਕਰਨਾ ਚਾਹੀਦਾ ਅਤੇ ਉਹਨਾਂ ਦਾ ਰਹਿਣ ਸਹਿਣ ਆ ਜਿਹੜਾ ਉਹ ਕਿਹੋ ਜਿਹਾ ਹੋਵੇ, ਉਸ ਦੇ ਬਾਰੇ ਜਿਹੜੇ ਨਿਯਮ ਆ ਉਹ ਇਹਦੇ ਵਿੱਚ ਦਿੱਤੇ ਗਏ ਨੇ। ਕੁਝ ਦਿਹਾਂਤ ਬਾਅਦ ਸ਼ਾਮਲ ਕੀਤੇ ਗਏ, ਪਹਿਲਾਂ ਤਾਂ ਕੁਝ ਤਾਂ ਇਹਨਾਂ ਨੇ ਆਪ ਹੀ ਲਿਖੇ ਸੀਗੇ ਜਿਹੜੇ ਮਹਾਤਮਾ ਬੁੱਧ ਜੀ ਸੀ, ਅਤੇ ਕੁਝ ਉਹਨਾਂ ਦੀ ਜਦੋਂ ਉਹਨਾਂ ਦਾ ਦਿਹਾਂਤ ਹੋ ਜਾਂਦਾ ਉਦੋਂ ਬਾਅਦ ਉਹਨਾਂ ਦੇ ਚੇਲਿਆਂ ਨੇ, ਉਹਨਾਂ ਦੇ ਅਨੁਯਾਈ ਸੀਗੇ ਜਿਹੜੇ, ਉਹਨਾਂ ਨੇ ਸ਼ਾਮਲ ਕੀਤੇ। ਸਾਦਾ ਜੀਵਨ ਅਤੇ ਕਲੰਕ ਰਹਿਤ ਜੀਵਨ 'ਤੇ ਇਹਨਾਂ ਨੇ ਜ਼ੋਰ ਦਿੱਤਾ ਗਿਆ ਇਸ ਗ੍ਰੰਥ ਦੇ ਵਿੱਚ। ਥਰਡ ਗ੍ਰੰਥ ਹੈ ਜੀ ਅਭਿਧੰਮ ਪਿਟਕ, ਜੋ ਕਿ 7 ਭਾਗਾਂ ਦੇ ਵਿੱਚ ਸਾਨੂੰ ਪ੍ਰਾਪਤ ਹੋਇਆ ਅਤੇ ਇਸ ਦੇ ਵਿੱਚ ਵੱਖ-ਵੱਖ ਯੁੱਗਾਂ ਦੇ ਜੀਵਨ ਹਾਲਾਤ, ਮਤਲਬ ਵੱਖ-ਵੱਖ ਜਿਹੜਾ ਸਮਾਂ ਸੀ ਉਹਨਾਂ ਦੇ ਰਾਜਨੀਤਿਕ, ਆਰਥਿਕ, ਧਾਰਮਿਕ ਜਿਹੜੇ ਜੀਵਨ ਸੀ, ਉਹਨਾਂ ਦੇ ਕਿਹੋ ਜਿਹਾ ਰਹਿਣ ਸਹਿਣ ਸੀ, ਉਹਨਾਂ ਦੇ ਹਾਲਾਤ ਕਿਹੋ ਜਿਹੇ ਸੀ, ਉਹਦਾ ਵਰਣਨ ਮਿਲਦਾ। ਅਤੇ ਇਸ ਦੇ ਵਿੱਚ ਸਰੀਰਕ ਗੁਣਾਂ, ਤੱਤਾਂ ਅਤੇ ਹੋਂਦ ਦੇ ਕੀ ਕਾਰਨ ਆ ਮਨੁੱਖ ਦੇ, ਠੀਕ ਹੈ, ਉਹਦੀ ਗੱਲ ਕੀਤੀ ਗਈ ਇਹਦੇ ਵਿੱਚ। ਇਸ ਤੋਂ ਬਿਨਾਂ ਜੇਕਰ ਇਹ ਤਾਂ ਸੀ ਜੀ ਬੁੱਧ ਧਰਮ ਦੇ ਬਾਰੇ ਜਿਹੜੀ ਜਾਣਕਾਰੀ, ਉਹਨਾਂ ਦੇ ਗ੍ਰੰਥਾਂ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਮੁੱਢਲੇ ਜੀਵਨ ਬਾਰੇ। ਇਸ ਤੋਂ ਬਿਨਾਂ ਆਪਾਂ ਹੋਰ ਵੀ ਜਿਹੜੀ ਮਹੱਤਵਪੂਰਨ ਜਾਣਕਾਰੀ ਮਿਲ ਜਾਂਦੀ ਹੈ ਬੌਧ ਧਰਮ ਦੇ ਬਾਰੇ, ਉਹ ਆਪਾਂ ਗੱਲ ਕਰਾਂਗੇ ਹੁਣ। ਪਹਿਲਾ ਹੈ ਜੀ ਛਤਰ, ਜਿਹੜਾ ਬੁੱਧ ਦੀਆਂ ਮੂਰਤਾਂ ਮਿਲਦੀਆਂ ਉਹਨਾਂ ਦੇ ਉੱਪਰ ਕੋਈ ਨਾ ਕੋਈ ਛਤਰ ਜਿਹੜਾ ਝੁਲਾਇਆ ਹੋਇਆ ਆਪਾਂ ਨੂੰ ਦਿਖਦਾ ਗਾ, ਤਾਂ ਉਹ ਬਣਦਾ ਹੁੰਦਾ ਸੀ ਜੀ ਲੱਕੜੀ ਦਾ, ਜਾਂ ਇੱਕ ਹਲਕਾ ਜਿਹਾ ਪੱਥਰ ਹੈ ਉਹਦੇ ਰੂਪ ਵਿੱਚ ਆ ਜਿਹੜਾ ਮੂਰਤੀਆਂ 'ਤੇ ਸਾਨੂੰ ਦਰਸਾਇਆ ਗਿਆ, ਉਸ ਦਾ ਬਣਿਆ ਹੁੰਦਾ ਸੀ। ਅਤੇ ਗੁਪਤਾਂ ਨੇ ਸਾਰਨਾਥ, ਜਿਹੜੇ ਗੁਪਤ ਸੀਗੇ ਉਹਨਾਂ ਨੇ ਸਾਰਨਾਥ ਵਿੱਚ ਬੈਠੇ ਹੋਇਆਂ ਦੀਆਂ ਮੂਰਤੀਆਂ ਬਣਾਈਆਂ, ਅਤੇ ਜਿਹੜੀਆਂ ਮਥੁਰਾ ਗਾ ਉਹਦੇ ਵਿੱਚ ਖਲੋਤਿਆਂ ਹੋਇਆਂ ਦੀਆਂ ਮੂਰਤੀਆਂ ਜਿਹੜੀਆਂ ਬਣਾਈਆਂ ਸੀ ਉਹ ਪ੍ਰਾਪਤ ਹੋਈਆਂ ਨੇ। ਗੁਪਤਾਂ ਨੇ ਗੁਪਤ ਸੀਗੇ ਜਿਹੜੇ, ਉਹਨਾਂ ਨੇ ਸਾਰਨਾਥ ਵਿੱਚ ਬੈਠਿਆਂ ਦੀਆਂ ਅਤੇ ਮਥੁਰਾ ਦੇ ਵਿੱਚ ਖਲੋਤਿਆਂ ਦੀਆਂ ਮੂਰਤਾਂ ਬਣਵਾਈਆਂ ਸੀ। ਗੁਪਤ ਕਾਲ ਦੇ ਸਮੇਂ ਅਸੰਗ ਅਤੇ ਵਸੂਦੇਵ ਬੋਧੀ ਵਿਦਵਾਨ ਹੋਏ ਸੀ। 2 ਵਿਦਵਾਨ ਹੋਏ ਸੀਗੇ ਬੁੱਧ ਦੇ, ਬੋਧੀ ਵਿਦਵਾਨ ਸੀ ਜੋ ਕਿ ਗੁਪਤ ਕਾਲ ਸਮੇਂ, ਅਸੰਗ ਅਤੇ ਵਸੂਦੇਵ, ਵਸਵੰਧੂ। ਦੈਨ ਹੈ ਜੀ ਚੰਦਰਗੁਪਤ ਵਿਕਰਮਾਦਿੱਤ ਸੀ, ਜਿਹੜਾ ਉਹਦੇ ਸਮੇਂ ਚੀਨੀ ਯਾਤਰੀ ਸੀਗਾ, ਫਾਹੇਜਾਨ ਚੀਨ ਤੋਂ ਆਇਆ ਸੀ, ਜੋ ਕਿ ਬਹੁਤ ਵੱਡਾ ਵਿਦਵਾਨ ਸੀਗਾ ਅਤੇ ਬੁੱਧ ਧਰਮ ਦੇ ਪਵਿੱਤਰ ਸਥਾਨ ਦੇਖਣ ਲਈ ਸਪੈਸ਼ਲ ਉਹ ਭਾਰਤ ਦੇ ਵਿੱਚ ਆਇਆ ਸੀ, ਅਤੇ ਉਹਨਾਂ ਨੇ ਭਾਰਤ ਵਿੱਚ ਬੁੱਧ ਧਰਮ ਦੇ ਬਾਰੇ ਬਹੁਤ ਕੁਛ ਲਿਖਿਆ ਹੈ ਆਪਣੀਆਂ ਰਚਨਾਵਾਂ ਦੇ ਵਿੱਚ। ਦੈਨ ਇਹ 7ਵੀਂ ਸਦੀ ਦੇ ਵਿੱਚ 7ਵੀਂ ਸਦੀ ਦਾ ਜਦੋਂ ਪਹਿਲਾਂ ਅੱਧ ਸੀਗਾ, ਉਦੋਂ ਇੱਕ ਹੋਰ ਚੀਨੀ ਯਾਤਰੀ ਹਿਊਨ ਸਾਂਗ ਸੀ ਜਿਹੜਾ ਭਾਰਤ ਹੈ, ਜੋ ਕਿ ਬਹੁਤ ਵੱਡਾ ਵਿਦਵਾਨ ਸੀ, ਅਤੇ ਉਸਨੇ ਵੀ ਜਿਹੜੇ ਬੁੱਧ ਧਰਮ ਨਾਲ ਜਿਹੜਾ ਉਹਦੇ ਬਾਰੇ ਬਹੁਤ ਕੁਝ ਲਿਖਿਆ, ਅਤੇ ਉਹਨਾਂ ਨੇ ਬੁੱਧ ਸਥਾਨਾਂ ਦੀ ਜਿਹੜੀ ਯਾਤਰਾ ਵੀ ਕੀਤੀ ਸੀਗੀ। ਹਰਸ਼ਵਰਧਨ ਸੀਗਾ ਜਿਹੜਾ, ਉਹ ਮਹਾਜਾਨ ਸ਼ਾਖਾ ਸੀ ਜਿਹੜਾ ਉਹਦਾ ਅਨੁਯਾਈ ਬਣਿਆ, ਅਤੇ ਇਹਦੇ ਪਤਨ ਦੇ ਕਾਰਨ ਵੀ ਮੰਨੇ ਜਾਂਦੇ ਆ ਵੀ ਜਿਹੜੇ ਰਾਜਪੂਤ ਸੀਗੇ ਉਹਨਾਂ ਦੇ ਕਾਲ 'ਚ ਹੋ ਗਿਆ। ਬਜ਼ਰਜਾਨ ਜਿਹੜਾ ਇਹਦਾ ਮੁੱਖ ਕਾਰਨ ਸੀਗਾ ਪਤਨ ਦਾ। ਇਸ ਤੋਂ ਬਿਨਾਂ ਜਿਹੜੇ ਸਿੱਕੇ ਉਹ ਵੀ ਵੱਖ-ਵੱਖ ਧਾਤਾਵਾਂ ਤੋਂ ਬਣੇ ਹੋਏ ਆ, ਧਾਤਾਂ ਦੇ, ਅਤੇ ਇਹਨਾਂ ਨੂੰ ਮਹਾਤਮਾ ਬੁੱਧ ਨੂੰ ਲਾਈਟ ਆਫ ਏਸ਼ੀਆ ਕਿਹਾ ਜਾਂਦਾ। ਅਤੇ ਕਿਸ ਨੇ ਕਹੀ ਸੀ ਇਹ ਗੱਲ? ਐਡਵਨ ਅਰਨੌਡ ਨਾਂ ਦਾ ਇੱਕ ਵਿਦਵਾਨ ਸੀ ਜਿਨ੍ਹਾਂ ਨੇ ਇਹਨਾਂ ਨੂੰ ਲਾਈਟ ਆਫ ਏਸ਼ੀਆ ਕਿਹਾ। ਇਸ ਸਮੇਂ ਸਭ ਤੋਂ ਵੱਧ ਵਿਕਾਸ ਹੋਇਆ ਚਿੱਤਰਕਲਾ ਦਾ। ਅਲੱਗ-ਅਲੱਗ ਜਿਵੇਂ ਆਪਾਂ ਕਹਿ ਲਈਏ ਗੁਫਾਵਾਂ ਦੇ ਉੱਪਰ ਜਿਹੜੀ ਚਿੱਤਰਕਲਾ ਗਈ ਉਸ ਸਮੇਂ ਦੀ ਬਹੁਤ ਜ਼ਿਆਦਾ ਉੱਚ ਕੋਟੀ ਦੀ ਆ। ਜਿਵੇਂ ਆਪਾਂ ਫੋਰ ਐਗਜ਼ਾਮਪਲ ਅਲੋਰਾ ਅਤੇ ਅਜੰਤਾ ਦੀਆਂ ਗੁਫਾਵਾਂ ਦੀਆਂ ਗੱਲ ਕਰ ਲਈਏ ਜੋ ਕਿ ਬਿਹਾਰ ਦੇ ਵਿੱਚ ਆ, ਅਤੇ ਇਹਨਾਂ ਦੇ ਉੱਤੇ ਬਹੁਤ ਉੱਚ ਕੋਟੀ ਜਿਹੜੀ ਚਿੱਤਰਕਾਰੀ ਕੀਤੀ ਗਈ ਹੈ, ਅਤੇ ਚਿੱਤਰਕਾਰੀ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਇਸ ਧਰਮ ਦੇ ਸਮੇਂ।
ਤੇ ਇਹਨਾਂ ਦਾ ਜਿਹੜਾ ਪੂਜਾ ਸਥਾਨ ਸੀ, ਜਿੱਥੇ ਪੂਜਾ ਕਰਦੇ ਸੀ, ਉਹਨੂੰ ਚਰਮ ਕਹਿ ਦਿੰਦੇ ਸੀ। ਕਈ ਵਾਰ ਕੁਐਸਚਨ ਆ ਜਾਂਦਾ ਵੀ ਚਰਮ ਕੀ ਸੀ, ਉਹ ਸੀ ਬੌਧ ਧਰਮ ਦਾ ਪੂਜਾ ਸਥਾਨ ਜਿੱਥੇ ਪੂਜਾ ਕਰਦੇ ਸੀ। ਨਾਗਾ ਅਰਜੁਨ ਇਹਨਾਂ ਦਾ ਸਭ ਤੋਂ ਪ੍ਰਸਿੱਧ ਭਿਕਸ਼ੂ ਹੋਇਆ। ਚੀਨ, ਜਾਪਾਨ, ਤਿੱਬਤ ਜਿਹੜੇ ਦੇਸ਼ ਆ ਉਹਨਾਂ ਤੱਕ ਬੁੱਧ ਧਰਮ ਆ ਜਿਹੜਾ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਪ੍ਰਸਾਰ ਹੋਇਆ। 3 ਦੇਸ਼ ਸੀ, ਚੀਨ, ਜਾਪਾਨ ਅਤੇ ਤਿੱਬਤ। ਪ੍ਰਾਚੀਨ ਭਾਰਤ ਦਾ ਐਕਸਫੋਰਡ ਆਪਾਂ ਕਹਿ ਲਈਏ, ਉਹ ਟੈਕਸਲਾ ਯੂਨੀਵਰਸਿਟੀ ਨਲਿੰਦਾ ਯੂਨੀਵਰਸਿਟੀ ਆ ਉਹਨੂੰ ਕਿਹਾ ਜਾਂਦਾ। ਇਹਨੂੰ ਪ੍ਰਾਚੀਨ ਭਾਰਤ ਦਾ ਐਕਸਫੋਰਡ ਕਿਹਾ ਜਾਂਦਾ। ਗਿਆ ਯੂਨੀਵਰਸਿਟੀ ਵੀ ਆ ਜਿਹੜੀ, ਉਹ ਵੀ ਬੌਧ ਧਰਮ ਦੇ ਨਾਲ ਸੰਬੰਧਿਤ ਬਣਾਈ ਗਈ ਸੀ। ਅਸ਼ੋਕ ਨੇ ਸਾਂਚੀ ਦੇ ਵਿੱਚ ਸਾਂਚੀ ਅਤੇ ਪ੍ਰਹੁਤ ਦੇ ਸਤੂਪ ਬਣਾਏ। 2 ਸਤੂਪ ਬਣਾਏ ਸੀ, ਸਾਂਚੀ ਅਤੇ ਪ੍ਰਹੁਤ ਦੇ। ਕਿਸ ਨੇ? ਅਸ਼ੋਕ ਨੇ। ਸਭ ਤੋਂ ਜਿਹੜਾ ਆਪਾਂ ਕਹਿ ਲਈਏ ਵੱਡਾ ਸਤੂਪ ਉਹ ਸਾਂਚੀ ਦਾ ਸਤੂਪ ਮੰਨਿਆ ਜਾਂਦਾ ਭਾਰਤ ਦੇ ਵਿੱਚ। ਅਤੇ ਜਿੱਥੇ ਇਹਨਾਂ ਨੇ ਭਗਤੀ ਕਰੀ ਸੀ, ਆਪਾਂ ਕਹਿ ਲਈਏ ਜਿੱਥੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਸਮਾਧੀ ਲਾਈ ਸੀ, ਅਖੰਡ ਸਮਾਧੀ 7 ਦਿਨ 7 ਰਾਤਾਂ ਦੀ, ਅਤੇ 8ਵੇਂ ਦਿਨ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਜਿੱਥੇ ਉਹ ਪਿੱਪਲ ਸੀ ਜਿਹੜਾ ਗੌਂਡ ਰਾਜਾ ਸੀ ਸੰਸਾਕ, ਉਹਨੇ ਕਟਵਾਤਾ ਸੀਗਾ ਉਸ ਪਿੱਪਲ ਨੂੰ। ਸਤੂਪਾਂ ਦੇ ਜਿਹੜੇ ਆਪਾਂ ਕਹਿ ਲਈਏ ਸਤੂਪ ਸੀਗੇ ਜਿਹੜੇ ਵੱਖ-ਵੱਖ ਆਪਾਂ ਕਹਿ ਲਈਏ ਜਿਵੇਂ ਸਾਂਚੀ ਦਾ ਸਤੂਪ, ਪ੍ਰਹੁਤ ਦਾ ਸਤੂਪ, ਇਹ ਕਿਉਂ ਬਣਾਏ ਸੀ ਇਹਨਾਂ ਨੇ ਵੱਖ-ਵੱਖ ਸਥਾਨਾਂ 'ਤੇ ਬੌਧ ਧਰਮ ਵਾਲਿਆਂ ਨੇ? ਇਹ ਤਾਂ ਬਣਾਏ ਸੀ ਜਿਹੜੇ ਬੌਧ ਦੇ ਅਵਸ਼ੇਸ਼ ਹੁੰਦੇ ਸੀ, ਆਪਾਂ ਕਹਿ ਲਈਏ ਵਸਤਾਂ ਹੁੰਦੀਆਂ ਸੀਗੀਆਂ ਉਹਨਾਂ ਨਾਲ ਸੰਬੰਧਿਤ ਮਹਾਤਮਾ ਬੁੱਧ ਨਾਲ, ਉਹਨਾਂ ਨੂੰ ਸੰਭਾਲਿਆ ਜਾਂਦਾ ਸੀਗਾ ਉਹਨਾਂ ਦੇ ਵਿੱਚ, ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਉਹਨਾਂ ਨੂੰ ਪੂਜਣ ਦੇ ਲਈ ਉਹਨਾਂ ਦੇ ਜਿਹੜੇ ਅਵਸ਼ੇਸ਼ ਸੀ ਤਾਂ ਉਹਨਾਂ ਨੇ ਕੀ ਬਣਾ ਲਏ? ਸਤੂਪ ਬਣਾ ਲਏ। ਅਤੇ ਜਿਹੜੇ ਸਤੂਪ ਆ ਉਹਨਾਂ ਦਾ ਆਕਾਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਆ, ਕਿਉਂਕਿ ਭੂਗੋਲਿਕ ਸਥਿਤੀਆਂ ਦੇ ਅਨੁਸਾਰ ਹੀ ਬਣਾਉਣਗੇ ਜਿਹੜੇ ਸਤੂਪ ਆ। ਤਾਂ ਜਿਹੜੇ ਚੀਨ ਅਤੇ ਜਾਪਾਨ ਆ ਉੱਥੇ ਇਹਨਾਂ ਨੂੰ ਭੰਗੋੜਾ ਕਿਹਾ ਜਾਂਦਾ ਗਾ, ਅਤੇ ਇਹਨਾਂ ਦਾ ਜਿਹੜਾ ਆਕਾਰ ਆ ਉਹ ਵੀ ਬਹੁਤ ਜ਼ਿਆਦਾ ਵੱਖਰਾ ਗਾ। ਭਾਰਤ ਦੇ ਵਿੱਚ ਗੋਲ ਆ ਗੋਬਿੰਦ ਐਵੇਂ, ਅਤੇ ਜਿਹੜੇ ਉੱਥੇ ਆ ਉਹ ਐਵੇਂ ਸਿੱਧੇ ਆ ਗਏ। ਅਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਸਿੱਖਿਆ ਦੇ ਬਾਰੇ, ਸਿੱਖਿਆ ਸੰਸਥਾਵਾਂ ਦੇ ਬਾਰੇ, ਤਾਂ ਲਾਰਜੈਸਟ ਸੈਂਟਰ ਆਫ ਲਰਨਿੰਗ ਬੁੱਧਿਜ਼ਮ ਵੀ ਲਾਰਜੈਸਟ ਸੈਂਟਰ ਸੀਗਾ ਜਿਹੜਾ ਸਭ ਤੋਂ ਉੱਚ ਕੋਟੀ ਦੇ ਜਿੱਥੋਂ ਵਿੱਦਿਆ ਮਿਲਦੀ ਸੀ, ਉਹ ਸੀ ਜੀ ਨਲਿੰਦਾ ਯੂਨੀਵਰਸਿਟੀ, ਜੋ ਕਿ ਬਿਹਾਰ 'ਚ ਆ। 10,000 ਸਟੂਡੈਂਟ ਸੀ ਉੱਥੇ, ਵਿਦਿਆਰਥੀ ਪੜ੍ਹਦੇ ਸੀ। ਅਤੇ ਜਿਹੜਾ ਇਹਨਾਂ ਦਾ ਚੇਤਿਆ ਸੀਗਾ, ਇਹਨਾਂ ਦੇ ਵਿੱਚ ਚੇਤਿਆ ਹੁੰਦੇ ਸੀ, ਉਹਨਾਂ ਨੂੰ ਪ੍ਰਾਰਥਨਾ ਹਾਲ ਨੂੰ ਕਹਿੰਦੇ ਸੀ, ਜਿੱਥੇ ਉਹ ਪ੍ਰੇਅਰ ਕਰਦੇ ਸੀ, ਪ੍ਰਾਰਥਨਾ ਕਰਦੇ ਸੀ, ਉਸ ਹਾਲ ਨੂੰ ਚੇਤਿਆ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਅਤੇ ਜਿੱਥੇ ਪੂਜਾ ਕਰਦੇ ਸੀਗੇ ਉਸ ਨੂੰ ਚਰਮ ਕਹਿੰਦੇ ਸੀ। ਅਤੇ ਇਹਨਾਂ ਦੀ ਲਾਰਜੈਸਟ ਸੈਂਟਰ ਸੀਗਾ ਲਰਨਿੰਗ ਦਾ, ਪੜ੍ਹਨ ਦਾ ਜਿਹੜਾ ਆਪਾਂ ਕਹਿ ਦਈਏ ਵਿੱਦਿਆ ਦਾ ਕੇਂਦਰ ਸੀਗਾ, ਉਹ ਸੀ ਨਲਿੰਦਾ ਯੂਨੀਵਰਸਿਟੀ, ਜੋ ਕਿ ਬਿਹਾਰ 'ਚ ਆ। ਉੱਥੇ 10,000 ਵਿਦਿਆਰਥੀ ਪੜ੍ਹਦੇ ਸੀ। ਗੁਪਤ ਰਾਜਿਆਂ ਨੇ 5th ਸੈਂਚੁਰੀ ਸੀ AD ਦੇ ਵਿੱਚ ਇਹਦਾ ਨਿਰਮਾਣ ਕਰਵਾਇਆ ਸੀ ਨਲਿੰਦਾ ਯੂਨੀਵਰਸਿਟੀ ਦਾ, 5ਵੀਂ ਸਦੀ ਦੇ ਵਿੱਚ। ਅਤੇ 2 ਸਾਲ ਪਹਿਲਾਂ ਫਿਰ ਤੋਂ ਜਿਹੜੇ ਇਹਦੇ ਵਿੱਚ ਕੈਂਪਸ ਆ ਸਟਾਰਟ ਕਰ ਦਿੱਤਾ ਗਿਆ, ਕਿਉਂਕਿ ਖਤਮ ਹੋ ਚੁੱਕੀ ਸੀ ਜਿਹੜੀ ਨਲਿੰਦਾ ਯੂਨੀਵਰਸਿਟੀ ਆ, ਢਹਿ ਹੋ ਗਈ ਸੀ ਸਮੇਂ ਦੇ ਨਾਲ। ਤਾਂ ਉਸ ਦੇ ਵਿੱਚ ਜਿਹੜੇ ਆਪਾਂ ਕਹਿ ਲਈਏ ਥੋੜ੍ਹਾ ਜਿਹੜਾ ਉਹਨਾਂ ਦਾ ਵਿਸ਼ੇਸ਼ ਮਿਲੇ ਆ ਸਥਾਨ ਦੇ ਮਤਲਬ ਪ੍ਰਮਾਣ ਮਿਲਿਆ ਵੀ ਇੱਥੇ ਨਲਿੰਦਾ ਯੂਨੀਵਰਸਿਟੀ ਸੀ, ਤਾਂ ਉੱਥੇ 2 ਸਾਲ ਪਹਿਲਾਂ ਹੀ, ਅੱਜ ਤੋਂ 2 ਸਾਲ ਪਹਿਲਾਂ ਇਹ ਨਵੇਂ ਕੈਂਪਸ ਸਟਾਰਟ ਕੀਤੇ ਆ ਐਜੂਕੇਸ਼ਨ ਦੇ, ਜੋ ਕਿ 10 ਦੇਸ਼ਾਂ ਨੇ ਆਪਣਾ ਕੰਟਰੀਬਿਊਟ ਕੀਤਾ ਗਾ, ਅਤੇ 10 ਦੇਸ਼ਾਂ ਨੇ ਮਿਲ ਕੇ ਕੰਟਰੀਬਿਊਟ ਕਰਕੇ ਫਿਰ ਉੱਥੇ ਜਿਹੜੇ ਨਵੇਂ ਆਪਾਂ ਕਹੀਏ ਇੰਸਟੀਚਿਊਟ ਆ ਜਿਹੜੇ ਸਥਾਪਿਤ ਕੀਤੇ ਆ, ਜੋ ਕਿ ਨਲਿੰਦਾ ਯੂਨੀਵਰਸਿਟੀ ਸੀਗੇ, ਜਿੱਥੋਂ ਤੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਨੇ। ਅਤੇ ਉੱਥੇ ਹੁਣ ਨਵੇਂ ਸਿਰਿਓਂ ਜਿਹੜੀ ਪੜ੍ਹਾਈ ਆ ਕਰਵਾਈ ਜਾ ਰਹੀ ਹੈ, ਅਤੇ ਉੱਥੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਵਿਦਿਆਰਥੀ ਪੜ੍ਹਨ ਦੇ ਲਈ ਆ ਰਹੇ ਨੇ। ਅਤੇ ਹੁਣ ਵੀ ਉੱਥੇ ਬੁੱਧ ਧਰਮ ਦੀਆਂ ਸਿੱਖਿਆਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਸ ਯੂਨੀਵਰਸਿਟੀ ਦੇ ਵਿੱਚ। ਹਾਂਜੀ, ਜੇਕਰ ਆਪਾਂ ਗੱਲ ਕਰੀਏ ਬੁੱਧ ਧਰਮ ਦੇ ਸਿਧਾਂਤਾਂ ਦੇ ਬਾਰੇ, ਤਾਂ ਮੇਨਲੀ 2 ਸਿਧਾਂਤ ਸਾਡੇ ਸਾਹਮਣੇ ਆਉਣਗੇ, ਇੱਕ ਸਕਾਰਾਤਮਕ ਸਿਧਾਂਤ, ਇੱਕ ਪ੍ਰਤੀਬੰਧ ਸਿਧਾਂਤ। ਜਿਹੜੇ ਸਕਾਰਾਤਮਕ ਸਿਧਾਂਤ ਆ ਉਹਦੇ ਵਿੱਚ 4 ਸੱਚਾਈਆਂ ਜਿਹੜੇ ਇਹਨਾਂ ਦੇ ਆਪਾਂ ਕਹਿ ਲਈਏ ਸਿੱਖਿਆਵਾਂ ਮੇਨਲੀ, ਜਿਵੇਂ 4 ਸੱਚਾਈਆਂ 'ਤੇ ਜ਼ੋਰ ਦਿੱਤਾ ਨੇ, ਅਸ਼ਟਮਾਰਗ ਦਿੱਤਾ, ਅਹਿੰਸਾ, ਕਰਮ ਦਾ ਸਿਧਾਂਤ, ਨਿਰਵਾਣ ਅਤੇ ਸ਼ੁੱਧ ਆਚਰਣ 'ਤੇ ਜ਼ੋਰ ਦਿੱਤਾ। ਜਿਹੜਾ ਪ੍ਰਤੀਬੰਧ ਸਿਧਾਂਤ ਆ ਉਹਦੇ ਵਿੱਚ ਜਾਤੀ ਪ੍ਰਥਾ ਦਾ ਇਹਨਾਂ ਨੇ ਬਿਲਕੁਲ ਵਿਰੋਧ ਕੀਤਾ। ਅਤੇ ਸੈਕਿੰਡ ਹੈ ਈਸ਼ਵਰ ਅਤੇ ਆਤਮਾ 'ਚ ਇਹਨਾਂ ਨੇ ਅਵਿਸ਼ਵਾਸ ਵੀ, ਈਸ਼ਵਰ ਅਤੇ ਆਤਮਾ ਬਿਲਕੁਲ ਹੀ ਨਹੀਂ। ਪਰ ਜਿਹੜੇ ਜੈਨ ਧਰਮ ਵਾਲੇ ਸੀ ਉਹ ਆਤਮਾ 'ਚ ਯਕੀਨ ਰੱਖਦੇ ਸੀ, ਜਿਸ ਨੂੰ ਇਹਨਾਂ ਨੇ ਜੀਵ ਕਿਹਾ ਸੀ। ਅਤੇ ਥਰਡ ਇਹਨਾਂ ਨੇ ਵੇਦਾਂ, ਜੱਗਾਂ, ਬਲੀਆਂ ਅਤੇ ਹੋਰ ਜਿਹੜੇ ਕਰਮ ਕਾਂਡ ਹੁੰਦੇ ਸੀ ਹਿੰਦੂ ਧਰਮ ਦੇ, ਉਹਨਾਂ ਦਾ ਇਹਨਾਂ ਨੇ ਵਿਰੋਧ ਕੀਤਾ ਸੀ ਬਿਲਕੁਲ ਹੀ। ਜੇਕਰ ਆਪਾਂ ਗੱਲ ਕਰ ਲੈਂਦੇ ਹਾਂ ਜੈਨ ਧਰਮ ਅਤੇ ਬੁੱਧ ਧਰਮ, ਇੱਥੋਂ ਵੀ ਕਈ ਵਾਰ ਕੁਐਸਚਨ ਮੇਨਲੀ ਆ ਜਾਂਦਾ ਵੀ ਇਹਨਾਂ ਦੇ ਵਿੱਚ ਕੀ ਸਮਾਨਤਾਵਾਂ ਸੀ ਅਤੇ ਕੀ ਅਸਮਾਨਤਾਵਾਂ ਸੀ। ਕੁਝ ਹੱਦ ਤੱਕ ਇੱਕ ਦੂਜੇ ਦੇ ਨਾਲ ਮਿਲਦੇ ਸੀ ਅਤੇ ਸਮਕਾਲੀ ਜਿਹੇ ਸੀਗੇ ਜਿਹੜੇ ਧਰਮ ਸੀਗੇ।
ਤੇ ਇੱਕੋ ਜਿਹੀਆਂ ਆਪਾਂ ਕਹਿ ਲਈਏ ਸਿੱਖਿਆਵਾਂ ਸੀਗੀਆਂ ਤੇ ਜਿਨ੍ਹਾਂ ਕਰਕੇ ਸਾਨੂੰ ਕਈ ਵਾਰ ਭੁਲੇਖਾ ਵੀ ਲੱਗ ਜਾਂਦਾ। ਤਾਂ ਇਹਨਾਂ ਦੀਆਂ ਜਿਹੜੀਆਂ ਸਮਾਨਤਾਵਾਂ ਸੀਗੀਆਂ ਉਹ ਸੀ, ਇਹ ਦੋਨੋਂ ਰਾਜਕੁਮਾਰ ਸੀਗੇ, ਦੋਨੋਂ ਹੀ ਰਾਜਿਆਂ ਦੇ ਬੇਟੇ ਸੀ। ਦੋਨਾਂ ਨੇ ਇਹੀ ਤੇ ਜ਼ੋਰ ਦਿੱਤਾ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ ਤੇ ਨਿਰਵਾਣ ਦੀ ਪ੍ਰਾਪਤੀ ਭਾਵ ਕਿ ਗਿਆਨ ਦੀ ਪ੍ਰਾਪਤੀ ਤੇ ਜ਼ੋਰ ਦਿੱਤਾ ਦੋਨਾਂ ਨੇ। ਤੇ ਜਿਹੜੇ ਦੋਨੋਂ ਧਰਮ ਹੈ ਇਹ ਈਸ਼ਵਰ ਦੀ ਹੋਂਦ ਆ ਜਿਹੜੀ ਉਹ ਤੋਂ ਮੁਨਕਰ ਹੋ ਗਏ, ਵੀ ਪਰਮਾਤਮਾ ਦੀ ਕੋਈ ਹੋਂਦ ਹੀ ਨਹੀਂ, ਪਰਮਾਤਮਾ ਨਾਮ ਦੀ ਕੋਈ ਚੀਜ਼ ਹੀ ਨਹੀਂ। ਤਾਂ ਵੇਦਾਂ ਨੂੰ ਇਹ ਇੱਕ ਚੌਥੀ ਗੱਲ ਸੀ, ਇਹ ਵੇਦਾਂ ਨੂੰ ਜਿਹੜੇ ਮੰਨਦੇ ਨਹੀਂ ਸੀ, ਇਹ ਵੇਦਾਂ ਦੇ ਵਿੱਚ ਯਕੀਨ ਨਹੀਂ ਰੱਖਦੇ ਸੀ, ਕਿਉਂਕਿ ਉਦੋਂ ਪਹਿਲਾਂ ਸੀਗਾ ਜਿਹੜੇ ਹਿੰਦੂ ਧਰਮ ਸੀਗਾ ਉਸ ਨੂੰ ਇਹਨਾਂ ਨੇ ਢਾਹ ਲਾਈ ਸੀਗੀ। ਤੇ ਬਾਅਦ ਵਿੱਚ ਜਦੋਂ ਆਰੀਆ ਆਉਂਦੇ ਆ ਦੁਬਾਰਾ ਹਿੰਦੂ ਧਰਮ ਆ ਜਿਹੜਾ ਦਾ ਦੁਬਾਰਾ ਆਪਾਂ ਕਹਿ ਦਈਏ ਪੁਨਰ ਨਿਰਮਾਣ ਹੁੰਦਾ ਉਹਦਾ। ਤੇ ਇਹਨਾਂ ਨੇ ਕੀ ਕੀਤਾ ਸੀ, ਵੇਦਾਂ ਦੇ ਵਿੱਚ ਯਕੀਨ ਨਹੀਂ ਰੱਖਦੇ ਸੀ, ਕਿਉਂਕਿ ਬ੍ਰਾਹਮਣ ਸਿੰਦੇ ਸੀ ਜਿਹੜੇ ਉਹਨਾਂ ਦੇ ਜ਼ਿਆਦਾ ਉਹਨਾਂ ਨੂੰ ਮਹੱਤਤਾ ਦਿੱਤੀ ਜਾਂਦੀ ਸੀ। ਤਾਂ ਇਹਨਾਂ ਨੇ ਪਾਲੀ ਤੇ ਪ੍ਰਕਿਰਤ ਭਾਸ਼ਾ ਦੇ ਵਿੱਚ ਹੀ ਆਪਣਾ ਜਿਹੜਾ ਪ੍ਰਚਾਰ ਕੀਤਾ ਸੀਗਾ। ਜੇਕਰ ਆਪਾਂ ਅਸਮਾਨਤਾ ਸੀ ਜੀ ਇਹਨਾਂ ਦੀਆਂ ਸਮਾਨਤਾਵਾਂ, ਆਪਾਂ ਗੱਲ ਕਰੀਏ ਜੇਕਰ ਅਸਮਾਨਤਾਵਾਂ ਇਹਨਾਂ ਵਿੱਚ ਅੰਤਰ ਕੀ ਸੀ ਮੇਨਲੀ। ਜਿਹੜੇ ਜੈਨੀ ਸੀ ਉਹ ਪੱਥਰਾਂ ਰੁੱਖਾਂ ਤੇ ਜਿਹੜੇ ਹੋਰ ਜੀਵ ਸੀਗੇ ਉਹਨਾਂ ਨੂੰ ਮਾਰਨ ਤੋਂ ਬਿਲਕੁਲ ਹੀ ਡਰਦੇ ਸੀਗੇ ਤੇ ਆਪਣੇ ਜਿਹੜਾ ਆਪਾਂ ਕਹਿ ਲਈਏ ਕਵਰ ਮਾਸਕ ਲਗਾ ਕੇ ਰੱਖਦੇ ਸੀ। ਜਿਵੇਂ ਹੁਣ ਆਪਾਂ ਦੇਖ ਲੈਂਦੇ ਹਾਂ ਕੋਵਿਡ-19 ਦੇ ਕਰਕੇ ਆਪਾਂ ਮਾਸਕ ਲਗਾਉਂਦੇ ਹਾਂ। ਤਾਂ ਜਿਹੜੇ ਜੈਨ ਧਰਮ ਵਾਲੇ ਸੀ ਵੀ ਕੋਈ ਜੀਵ ਹੱਤਿਆ ਨਾ ਹੋਵੇ, ਤਾਂ ਉਹ ਉਸ ਸਮੇਂ ਤੋਂ ਹੀ ਜਿਹੜੇ ਜੈਨ ਧਰਮ ਵਾਲੇ ਆ ਚਿੱਟੇ ਕੱਪੜੇ ਪਾਉਂਦੇ ਆ, ਸਫੇਦ ਕੱਪੜੇ ਪਾਉਂਦੇ ਆ, ਆਪਣਾ ਜਿਹੜਾ ਫੇਸ 'ਤੇ ਕਵਰ ਕਰਨ ਦੇ ਲਈ ਮਾਸਕ ਲਗਾ ਕੇ ਰੱਖਦੇ ਆ, ਨੰਗੇ ਪੈਰੀ ਰਹਿੰਦੇ ਆ, ਮਤਲਬ ਕਿ ਜ਼ਿਆਦਾ ਡੂੰਘਾਈ ਦੇ ਵਿੱਚ ਚਲੇ ਗਏ ਸੀ। ਪਰ ਜਿਹੜੀਆਂ ਬੁੱਧ ਧਰਮ ਵਾਲੇ ਸੀ ਇਹਦੇ ਵਿੱਚ ਕੁਝ ਕੁ ਛੋਟਾਂ ਮਿਲ ਗਈਆਂ ਸੀ, ਆਪਾਂ ਨੂੰ ਪਤਾ ਹੀ ਹੈ, ਠੀਕ ਹੈ। ਇਹ ਸੰਘਾਂ ਦੇ ਵਿੱਚ ਰਹਿੰਦੇ ਆ, ਬਟ ਇਹਨਾਂ ਦੇ ਇੰਨਾ ਜ਼ਿਆਦਾ ਆਪਾਂ ਕਹੀਏ ਸ਼ਕਤੀ ਭਰਿਆ ਜੀਵਨ ਨਹੀਂ ਹੁੰਦਾ ਜਿੰਨਾ ਕਿ ਜੈਨ ਧਰਮ ਵਾਲਿਆਂ ਦਾ ਹੁੰਦਾ। ਜੈਨ ਧਰਮ ਘੋਰ ਤਪੱਸਿਆ ਤਸੀਹੇ ਅਤੇ ਵਰਤ ਰੱਖਣ 'ਤੇ ਜ਼ਿਆਦਾ ਯਕੀਨ ਰੱਖਦੇ, ਵੀ ਵਰਤ ਰੱਖੋ ਅਤੇ ਤਸੀਹੇ ਝੱਲ ਕੇ ਸਰੀਰ 'ਤੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਠੀਕ ਹੈ। ਘੋਰ ਤਪੱਸਿਆ ਕਰਦੇ ਸੀ। ਪਰ ਜਿਹੜੇ ਬੁੱਧ ਧਰਮ ਵਾਲੇ ਉਹ ਅਜਿਹਾ ਨਹੀਂ ਕਰਦੇ, ਉਹ ਸੰਘਾਂ ਦੇ ਵਿੱਚ ਰਹਿੰਦੇ ਆ, ਭੈਕਸ਼ ਨਾਲ ਜਿਹੜੇ ਪੜ੍ਹਦੇ ਆ, ਐਜੂਕੇਸ਼ਨ ਪ੍ਰਾਪਤ ਕਰਦੇ ਆ, ਯੂਨੀਵਰਸਿਟੀ ਬਹੁਤ ਵੱਡੀ ਉਹਨਾਂ ਦੀ। ਇਸ ਤੋਂ ਬਿਨਾਂ ਜਿਹੜੇ ਜੈਨੀ ਸੀ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਸੀ, ਪਰ ਜਿਹੜੇ ਬੋਧੀ ਸੀ ਉਹਨਾਂ ਨੇ ਪਰਮਾਤਮਾ ਬਾਰੇ ਚੁੱਪ ਹੀ ਰਹੇ, ਜ਼ਿਆਦਾ ਕੋਈ ਗੱਲ ਨਹੀਂ ਕਰੀ। ਇਹਨਾਂ ਨੇ ਤਾਂ ਬਿਲਕੁਲ ਹੋਂਦ ਹੀ ਮਿਟਾਤੀ ਵੀ ਨਹੀਂ ਹੈ ਹੀ ਨਹੀਂ ਪਰਮਾਤਮਾ। ਪਰ ਫਿਰ ਜਿਹੜੇ ਪਰ ਬੋਧੀ ਸੀ ਇਹਨਾਂ ਨੇ ਇੰਨੀ ਜ਼ਿਆਦਾ ਇਹਦੇ ਬਾਰੇ ਗੱਲ ਨਹੀਂ ਕੀਤੀ, ਚੁੱਪ ਜਿਹੇ ਰਹੇ ਆ ਪਰਮਾਤਮਾ ਦੀ ਹੋਂਦ ਬਾਰੇ। ਬੁੱਧ ਧਰਮ ਦੀ ਜਿਹੜੀ ਭਾਸ਼ਾ ਉਹ ਸੀ ਪਾਲੀ ਭਾਸ਼ਾ ਸੀ ਅਤੇ ਉਹਨਾਂ ਦਾ ਗ੍ਰੰਥ ਸੀ ਤ੍ਰੈਪਟਕ, ਉਹਨਾਂ ਦੇ ਗ੍ਰੰਥ ਨੂੰ ਤ੍ਰੈਪਟਕ ਕਿਹਾ ਜਾਂਦਾ ਸੀ। ਪਰ ਜਿਹੜੇ ਜੈਨ ਧਰਮ ਵਾਲੇ ਸੀ ਉਹਨਾਂ ਦੀ ਜਿਹੜੀ ਭਾਸ਼ਾ ਸੀ ਉਹ ਪ੍ਰਕਿਰਤੀ ਲਿਖਿਆ ਪਿਆ, ਪ੍ਰਕਿਰਤ ਭਾਸ਼ਾ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਉਹਨਾਂ ਦੇ ਜਿਹੜੇ ਗ੍ਰੰਥ ਸੀ ਉਹਨਾਂ ਨੂੰ ਅੰਗ ਕਿਹਾ ਜਾਂਦਾ ਸੀ। ਬਾਅਦ ਵਿੱਚ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਨਵੇਂ ਬਣੇ ਸੀ ਉਹਨਾਂ ਦੇ ਗ੍ਰੰਥਾਂ ਵਿੱਚ ਸੁਧਾਰ ਕੀਤੇ ਗਏ ਸੀ, ਉਹਨਾਂ ਨੂੰ ਪੂਰਵ ਵੀ ਕਹਿ ਦਿੱਤਾ ਜਾਂਦਾ ਸੀ। ਸੋ ਅੱਜ ਦੀ ਜਿਹੜੀ ਕਲਾਸ ਆ ਇੱਥੇ ਹੀ ਸਮਾਪਤ ਹੁੰਦੀ ਹੈ। ਆਸ ਹੈ ਕਿ ਤੁਹਾਡੇ ਜਿਹੜੇ ਸਾਰੇ ਕੁਐਸਚਨ ਆ ਉਹ ਸੋਲਵ ਹੋ ਗਏ ਹੋਣਗੇ। ਅੱਜ ਦੀ ਕਲਾਸ ਥੋੜ੍ਹੀ ਜ਼ਿਆਦਾ ਹੀ ਲੰਬੀ ਹੋ ਗਈ। ਆਸ ਕੀਤੀ ਜਾਂਦੀ ਹੈ ਕਿ ਤੁਹਾਡੇ ਜਿਹੜੇ ਪੇਪਰ ਨਾਲ ਸੰਬੰਧਿਤ ਪ੍ਰਸ਼ਨ ਹੈ ਉਹ ਸਾਰੇ ਕੁਝ ਹੱਦ ਤੱਕ ਸੋਲਵ ਹੋ ਜਾਣਗੇ, ਅਤੇ ਜੇਕਰ ਵੀ ਕੋਈ ਕੁਐਸਚਨ ਰਹਿ ਗਿਆ ਹੋਵੇਗਾ ਤਾਂ ਉਹ ਮੌਕ ਟੈਸਟ ਦੇ ਵਿੱਚ ਜ਼ਰੂਰ ਕਰਵਾਇਆ ਜਾਵੇਗਾ। ਅਤੇ ਵੀਡੀਓ ਨੂੰ ਅਗਰ ਤੁਹਾਨੂੰ ਪਸੰਦ ਆਵੇ ਤਾਂ ਸ਼ੇਅਰ, ਲਾਈਕ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ। ਸੋ ਤਿਆਰੀ ਕਰਦੇ ਰਹੋ ਜੀ। ਧੰਨਵਾਦ।